ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਆਨਲਾਈਨ ਜੀਓਗ੍ਰਾਫੀ ਲਰਨਿੰਗ ਪਲੇਟਫਾਰਮ ਆਈ ਜੀਓਗ੍ਰਾਫੀ ਤੇ। ਅੱਜ ਦਾ ਸਾਡਾ ਲੈਕਚਰ ਜੀਓਗ੍ਰਾਫੀ ਨੂੰ ਸਮਝਣ ਦੇ ਲਈ ਬਹੁਤ ਹੀ ਖਾਸ, ਮਹੱਤਵਪੂਰਨ ਤੇ ਇੰਟਰਸਟਿੰਗ ਹੈ। ਅੱਜ ਦਾ ਵਿਸ਼ਾ ਹੈ ਇੰਟਰਸਟਿੰਗ ਫੈਕਟਸ ਐਂਡ ਇਨਫੋਰਮੇਸ਼ਨ ਆਫ ਵਰਲਡ ਥਰੂ ਮੈਪਸ। ਤਾਂ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਨੋਟਬੁੱਕ ਤੇ ਪੈਨ ਆਪਣੇ ਕੋਲ ਰੱਖਣਾ, ਤਾਂ ਜੋ ਇੰਪੋਰਟੈਂਟ ਫੈਕਟਸ ਦੇ ਇਨਫੋਰਮੇਸ਼ਨ ਹੈ ਉਹਦੇ ਨੋਟਸ ਬਣਾਏ ਜਾ ਸਕਣ ਤੇ ਜੀਓਗ੍ਰਾਫੀ ਤੇ ਇੱਕ ਚੰਗੀ ਪਕੜ ਬਣ ਸਕੇ। ਹਾਂਜੀ, ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਲੈਕਚਰ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਅਰਥ ਦੇ ਬਾਰੇ। ਆਵਰ ਅਰਥ ਆਵਰ ਹੋਮ, ਸਾਡੀ ਧਰਤੀ ਸਾਡਾ ਘਰ। ਤਾਂ ਧਰਤੀ ਸੂਰਜ ਤੋਂ ਤੀਸਰਾ ਅਤੇ ਸੌਰ ਮੰਡਲ ਦਾ ਪੰਜਵਾਂ ਵੱਡਾ ਗ੍ਰਹਿ ਹੈ। ਅਰਥ ਨੂੰ ਬਲੂ ਪਲੈਨਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੇ 71% ਹਿੱਸੇ ਵਿੱਚ ਪਾਣੀ ਹੈ। ਤਾਂ ਧਰਤੀ ਸੋਲਰ ਸਿਸਟਮ ਤੇ ਬ੍ਰਹਿਮੰਡ ਦਾ, ਸੋਲਰ ਸਿਸਟਮ ਤੇ ਯੂਨੀਵਰਸ ਦਾ ਇੱਕੋ ਇੱਕ ਅਜਿਹਾ ਗ੍ਰਹਿ ਹੈ, ਇੱਕੋ ਇੱਕ ਸਾਡੀ ਜਾਣਕਾਰੀ ਦੇ ਵਿੱਚ ਇਹ ਅਜਿਹਾ ਗ੍ਰਹਿ ਹੈ ਜਿੱਥੇ ਲਾਈਫ, ਜਿੱਥੇ ਜੀਵਨ ਪੋਸੀਬਲ ਹੈ। ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਸੂਰਜ ਦੇ ਦੁਆਲੇ ਜਦ ਧਰਤੀ ਘੁੰਮਦੀ ਹੈ ਤਾਂ ਇਹਨੂੰ ਕਹਿੰਦੇ ਨੇ ਰੈਵੋਲਿਊਸ਼ਨ। ਤੇ ਧਰਤੀ ਨੂੰ ਸੂਰਜ ਦੇ ਦੁਆਲੇ ਆਪਣਾ ਇੱਕ ਚੱਕਰ ਪੂਰਾ ਕਰਨ ਦੇ ਵਿੱਚ ਲੱਗਦੇ ਨੇ 365 ਦਿਨ, 5 ਘੰਟੇ 48 ਮਿੰਟ 45.51 ਸੈਕਿੰਡ। ਤੇ ਇਸ ਦੇ ਨਾਲ ਧਰਤੀ ਰੈਵੋਲਿਊਸ਼ਨ ਦੇ ਨਾਲ ਰੁੱਤਾਂ ਬਣਦੀਆਂ ਨੇ, ਡਿਫਰੈਂਟ ਸੀਜ਼ਨਸ ਬਣਦੇ ਨੇ। ਤੇ ਧਰਤੀ ਆਪਣੇ ਧੁਰੇ ਦੇ ਦੁਆਲੇ ਵੀ ਘੁੰਮਦੀ ਹੈ ਜਿਸ ਦੇ ਨਾਲ ਦਿਨ ਤੇ ਰਾਤ ਬਣਦੇ ਨੇ। ਇਸ ਦੇ ਵਿੱਚ ਧਰਤੀ ਨੂੰ 23 ਘੰਟੇ 56 ਮਿੰਟ 40.91 ਸੈਕਿੰਡ ਦਾ ਸਮਾਂ ਲੱਗਦਾ। ਤੇ ਇੰਟਰਸਟਿੰਗ ਫੈਕਟ ਇਹ ਹੈ ਕਿ ਧਰਤੀ ਦੀ ਸਪੀਡ, ਆਪਣੀ ਐਕਸਿਸ ਦੇ ਦੁਆਲੇ ਘੁੰਮਣ ਦੀ ਧਰਤੀ ਦੀ ਸਪੀਡ ਜਿਹੜੀ ਹੈ ਇਹ 27.8 ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਹੈ, ਜਾਂ ਫਿਰ ਆਪਾਂ ਕਹਿ ਲਈਏ ਕਿ 1667 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ, ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਧਰਤੀ ਆਪਣੀ ਐਕਸਿਸ ਦੇ ਅਰਾਊਂਡ ਘੁੰਮਦੀ ਹੈ ਤੇ 23 ਘੰਟੇ 56 ਮਿੰਟ ਤੇ 40.91 ਸੈਕਿੰਡ ਦੇ ਵਿੱਚ ਆਪਣਾ ਇੱਕ ਰੋਟੇਸ਼ਨ, ਆਪਣਾ ਇੱਕ ਚੱਕਰ ਐਕਸਿਸ ਦੇ ਅਰਾਊਂਡ ਪੂਰਾ ਕਰਦੀ ਹੈ। ਤੇ ਅਰਥ ਦੀ ਏਜ ਲਗਭਗ 4.5 ਬਿਲੀਅਨ ਹੈ। ਅੱਗੇ ਚੱਲਦੇ ਹਾਂ ਜੀ। ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਗਲੋਬ ਦੇ ਉੱਪਰ ਲਾਈਨਾਂ ਡਰਾ ਕੀਤੀਆਂ ਹੋਈਆਂ ਨੇ, ਇੱਕ ਵਰਟੀਕਲ ਨੇ ਤੇ ਇੱਕ ਹੌਰੀਜ਼ੌਂਟਲ ਨੇ, ਲੇਟਵੀਆਂ ਤੇ ਖੜਵੀਆਂ ਲਾਈਨਾਂ। ਤਾਂ ਇਹਨਾਂ ਲੇਟਵੀਆਂ ਤੇ ਖੜਵੀਆਂ ਲਾਈਨਾਂ ਨੂੰ ਕਹਿੰਦੇ ਨੇ ਲੌਂਗੀਟਿਊਡ ਤੇ ਲੈਟੀਟਿਊਡ। ਜਿਓਗ੍ਰਾਫੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ ਲੌਂਗੀਟਿਊਡ ਤੇ ਲੈਟੀਟਿਊਡਸ। ਪਰ ਇੱਥੇ ਇੱਕ ਗੱਲ ਦੱਸ ਦਈਏ ਕਿ ਇਹ ਜਿਹੜੀਆਂ ਲਾਈਨਾਂ ਨੇ, ਲੌਂਗੀਟਿਊਡ ਨੇ ਚਾਹੇ ਉਹ ਲੈਟੀਟਿਊਡਸ ਨੇ, ਇਹ ਸਿਰਫ ਇਮੇਜਨਰੀ ਲਾਈਨਾਂ ਨੇ। ਇਹ ਧਰਤੀ ਦੇ ਉੱਪਰ ਵਾਸਤਵ ਦੇ ਵਿੱਚ ਨਹੀਂ ਨੇ। ਧਰਤੀ ਦੇ ਉੱਪਰ ਇਹ ਨਹੀਂ ਹੈ ਕਿ ਧਰਤੀ ਦੇ ਅਸਲੀਅਤ ਦੇ ਵਿੱਚ ਇਹ ਲਾਈਨਾਂ ਡਰਾਅ ਕੀਤੀਆਂ ਗਈਆਂ ਨੇ। ਇਹ ਸਿਰਫ ਇਮੇਜਨਰੀ ਲਾਈਨਾਂ ਨੇ ਜੋ ਕਿ ਧਰਤੀ ਨੂੰ, ਆਪਣੀ ਅਰਥ ਨੂੰ ਚੰਗੇ ਤਰੀਕੇ ਨਾਲ ਸਮਝਣ ਦੇ ਲਈ ਤੇ ਜਿੰਨੇ ਵੀ ਸਥਾਨ ਨੇ ਉਹਨਾਂ ਦੀ ਲੋਕੇਸ਼ਨ ਨੂੰ ਆਸਾਨੀ ਨਾਲ ਦਿਖਾਉਣ ਦੇ ਲਈ ਖਿੱਚੀਆਂ ਗਈਆਂ ਨੇ। ਤਾਂ ਜਿਹੜੀਆਂ ਤਾਂ ਹੌਰੀਜ਼ੌਂਟਲ ਲਾਈਨਾਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਲੈਟੀਟਿਊਡਸ। ਤਾਂ ਤਿੰਨ ਬੜੇ ਇੰਪੋਰਟੈਂਟ ਲੈਟੀਟਿਊਡਸ ਨੇ। ਇੱਕ ਹੈਗਾ 0 ਡਿਗਰੀ ਇਕੁਏਟਰ ਜਿੱਥੇ ਸਾਰਾ ਸਾਲ ਸੂਰਜ ਸਿੱਧਾ ਪੈਂਦਾ ਹੈ। ਇੱਕ ਹੈਗਾ ਟ੍ਰੋਪਿਕ ਆਫ ਕੈਪਰੀਕੋਰਨ 23 ਡਿਗਰੀ ਐਂਡ ਹਾਫ ਤੇ। ਇੱਕ ਹੈਗੀ ਟ੍ਰੋਪਿਕ ਆਫ ਕੈਂਸਰ ਤੇ 66 ਡਿਗਰੀ ਐਂਡ ਦੇ ਉੱਪਰ ਆ ਗਿਆ ਆਪਣਾ ਆਰਕਟਿਕ ਸਰਕਲ ਤੇ ਨੀਚੇ ਸਦਰਨ ਹੈਮੀਸਫੀਅਰ ਦੇ ਵਿੱਚ ਅੰਟਾਰਕਟਿਕ ਸਰਕਲ। ਠੀਕ ਹੈ, ਇਹ ਇੰਪੋਰਟੈਂਟ ਲੈਟੀਟਿਊਡ ਨੇ। ਤਿੰਨ ਲੈਟੀਟਿਊਡ ਜ਼ਿਆਦਾ ਇੰਪੋਰਟੈਂਟ ਨੇ, ਇਕੁਏਟਰ, ਟ੍ਰੋਪਿਕ ਆਫ ਕੈਂਸਰ ਤੇ ਟ੍ਰੋਪਿਕ ਆਫ ਕੈਪਰੀਕੋਰਨ। ਟ੍ਰੋਪਿਕ ਆਫ ਕੈਂਸਰ ਹੈ ਜਿਹੜੀ, ਇਹ ਇੰਡੀਆ ਦੇ ਵਿੱਚ ਆਲਮੋਸਟ ਸੈਂਟਰ ਦੇ ਵਿੱਚੋਂ ਲੰਘਦੀ ਹੈ। ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਕਿ ਇੰਡੀਆ ਦੇ ਕਿੰਨੇ ਸਟੇਟਸ ਦੇ ਵਿੱਚੋਂ ਟ੍ਰੋਪਿਕ ਆਫ ਕੈਂਸਰ ਲੰਘਦੀ ਹੈ। ਤੇ ਅੱਗੇ ਆ ਗਈਆਂ ਇਹ ਖੜਵੀਆਂ ਲਾਈਨਾਂ ਜਿਹੜੀਆਂ ਨੇ ਹੌਰੀਜ਼ੌਂਟਲ ਲਾਈਨਸ। ਠੀਕ ਹੈ, ਹੌਰੀਜ਼ੌਂਟਲ ਲਾਈਨਸ ਨੂੰ ਕਹਿੰਦੇ ਨੇ ਲੌਂਗੀਟਿਊਡਸ। ਲੌਂਗੀਟਿਊਡਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਲੌਂਗੀਟਿਊਡ ਹੈ ਪ੍ਰਾਈਮ ਮਰੀਡੀਅਨ। ਪ੍ਰਾਈਮ ਮਰੀਡੀਅਨ ਗ੍ਰੀਨਵਿਚ ਤੋਂ ਦੀ ਲੰਘਦਾ ਹੈ ਤੇ ਇਹ ਉਹ ਪਲੇਸ ਹੈ ਜਿੱਥੇ ਵੈਸਟ ਤੇ ਈਸਟ, ਜਿੱਥੇ ਪੂਰਬ ਅਤੇ ਪੱਛਮ ਆਪਸ ਦੇ ਵਿੱਚ ਮਿਲਦੇ ਨੇ। ਠੀਕ ਹੈ, ਤਾਂ ਗ੍ਰੀਨਵਿਚ ਪ੍ਰਾਈਮ ਮਰੀਡੀਅਨ ਜਿਹੜਾ ਹੈਗਾ ਜਿੱਥੇ ਪੂਰਬ ਅਤੇ ਪੱਛਮ ਆਪਸ ਦੇ ਵਿੱਚ ਮਿਲਦੇ ਨੇ। ਤੇ ਪ੍ਰਾਈਮ ਮਰੀਡੀਅਨ ਨੂੰ ਗ੍ਰੀਨਵਿਚ ਪ੍ਰਾਈਮ ਮਰੀਡੀਅਨ ਵੀ ਕਿਹਾ ਜਾਂਦਾ ਹੈ। ਪ੍ਰਾਈਮ ਮਰੀਡੀਅਨ ਨੂੰ ਗ੍ਰੀਨਵਿਚ ਪ੍ਰਾਈਮ ਮਰੀਡੀਅਨ ਵੀ ਕਿਹਾ ਜਾਂਦਾ। ਤੇ ਜਿਹੜਾ ਪ੍ਰਾਈਮ ਮਰੀਡੀਅਨ ਹੈ ਇਹ
इंग्लैंड, फ्रांस, स्पेन, अल्जीरिया, माली, बुरकानिया, फासो, तोंगो, घाना ते अंटार्कटिका इन्हां दे विचों दी लंघदा है। इंग्लैंड, फ्रांस, स्पेन, अल्जीरिया, बुरकानिया, फासो, तोगो, घाना, अंटार्कटिका कॉन्टीनेंट इन्हां दे विचों दी प्राइम मेरीडियन जिहड़ा लंघदा है। प्राइम मेरीडियन की है जिथे ईस्ट ते वैसट आपस दे विच मिलते हैं। तो प्राइम मेरीडियन का जिहड़ा संबंध है दो बड़े इंपॉर्टेंट कॉन्सैप्ट ने जोग्राफी दे विच इंटरनैशनल डेट लाइन तो जिहड़ा हैगा टाइम जोन उन्हां दे नाल एसोसीएटेड है। ठीक है, अगे चलते हैं जी अपनी धरती के बारे जानते हैं। अपनी धरती दे विच तुसीं ग्लोब का मैप देख रहे हो एक, अपनी धरती का 71% हिस्सा पानी है तो 29% हिस्सा धरती ने घेरिया हुआ लैंड मासेज ने। तो जिहड़ा 29% लैंड मासेज ने यह वंडे हुए ने 7 कॉन्टीनेंट्स के विच। इन्हां 7 कॉन्टीनेंट्स के नाम ने सब तो पहला नॉर्थ अमेरिका, साउथ अमेरिका, यूरोप, अफ्रीका, एशिया, आस्ट्रेलिया ते अंटार्कटिका। जे आप साइज़ के अकॉर्डिंगली गल करिए तो एशिया धरती का एशिया संसार का सब तो बड़ा कॉन्टीनेंट है। दूसरे नंबर पर आउंदा अफ्रीका, तीसरे नंबर पर नॉर्थ अमेरिका, चौथे नंबर पर साउथ अमेरिका, पांचवें नंबर पर अंटार्कटिका, छेवें नंबर पर यूरोप तो सब तो लास्ट दे विच आउंदा है आस्ट्रेलिया। आस्ट्रेलिया संसार का आस्ट्रेलिया धरती का सब तो छोटा कॉन्टीनेंट है। हुण गल करते हैं पापूलेशन वाइज। पापूलेशन वाइज फिर एशिया संसार का सब तो बड़ा कॉन्टीनेंट है। एशिया महाद्वीप दे विच संसार के 60% पापूलेशन रहिंदी है। 60% लोग संसार के रहिंदे ने एशिया महाद्वीप दे विच। ते एशिया महाद्वीप कोल संसार का 30% एरिया, सिर्फ 30% एरिया दे विच 60% लोग रहिंदे ने ते बाकी दे 70% एरिया दे विच 40% लोग रहिंदे ने। ठीक है, तो दूसरे नंबर पर आउंदा अफ्रीका पापूलेशन वाइज सब तो ज़्यादा लोग अफ्रीका दे विच रहिंदे ने। तीसरे नंबर पर यूरोप, चौथे नंबर पर साउथ अमेरिका, पांचवें नंबर पर नॉर्थ अमेरिका तो फिर आस्ट्रेलिया तो सब तो लास्ट जिथे जिहड़े बिल्कुल फ्रोजन कॉन्टीनेंट है वह हैगा अंटार्कटिका, वो सब तो लास्ट ते है। उत्थे जिहड़े हालात ने वो रहन योग नहीं है क्योंकि बिल्कुल जिहड़ा उत्थे पूरा लैंड मास है जिहड़ा वो आइस दे नाल कवर्ड है। तो हुण गल करते हैं आपां अपने वाटर रिसोर्सिज के बारे। अपने 70% जिहड़ा पार्ट है वो वाटर रिसोर्सिज ने धरती के उपर। तो ये जिहड़ा वाटर रिसोर्सिज ने ये 5 मेन ओशन दे विच 5 मेन महासागरां दे विच वंडे हुए ने। सब तो छोटा महासागर जिहड़ा हैगा वो धरती के उपर वो हैगा आर्कटिक ओशन, बिल्कुल नॉर्थ पोल दे कोल है। ठीक है, अपने नॉर्थ पोल दे कोल आर्कटिक ओशन। तो उस तो बड़ा सदर्न ओशन ये साउथ पोल के उपर है। तीसरे नंबर पर आ जाता अपना इंडियन ओशन, तो उस तो बाद आ जाता अपना अटलांटिक ओशन, तो सब तो बड़ा ओशन है संसार का पैसीफिक ओशन। पैसीफिक ओशन सब तो बड़ा ओशन है। तुसीं इस मैप के देख रहे होंगे कि इधर जी हैगा राइट हैंड साइड भी पैसीफिक ओशन है तो लैफ्ट हैंड साइड भी पैसीफिक ओशन है। क्योंकि हुण तुसीं मैप देख रहे हो बट जो अपनी धरती एक स्पीयर है गोल है तो यह आपस दे विच पैसीफिक ओशन जुड़िया होया। आ देखो अगे मैप के उपर। ठीक है, मैप के उपर इधर देखो तुसीं ये अपना नॉर्थ अमेरिका आ गया। ठीक है, इधर अपना साउथ अमेरिका आ गया, इधर अपना एशिया आ गया, आस्ट्रेलिया आ गया तो अपना ये अंटार्कटिका आ गया। ये सारा अपना पैसीफिक ओशन है। पैसीफिक ओशन संसार का सब तो बड़ा ओशन है तो संसार का तो धरती का सब तो डूंगा पॉइंट मैरीना ट्रंच वो भी पैसीफिक ओशन ते पैसीफिक ओशन दे विच हैगी है। ठीक है, मैरीना ट्रंच भी पैसीफिक ओशन दे विच हैगी है। हुण आपां गल करदे हां पोलीटिकल डिवीजनस दी। ठीक है, पोलीटिकली तो जिहड़ा अपना यूनाइटेड नेशन के अकॉर्डिंगली तो पूरे संसार दे विच पूरे अर्थ नूं जिहड़ा हैगा जिहड़ियां नेशनस UN रिकोगनाइज़ करदा उन्हें 195 नेशनस ने 95 पोलीटिकल जिहड़े ने कंट्रीज़ ने जिहड़ियां एग्जिस्ट करदियां ने अकॉर्डिंग टू यूनाइटेड नेशन 195 उन्हां दा नंबर है। तो संसार दे बारे ठीक है
ਕੌਂਟੀਨੈਂਟਸ ਦੇ ਬਾਰੇ, ਉਹਨਾਂ ਦੇ ਇੰਪੋਰਟੈਂਟ ਕੰਟਰੀਜ਼ ਦੇ ਬਾਰੇ, ਉਹਨਾਂ ਦੀਆਂ ਇੰਪੋਰਟੈਂਟ ਕਰੈਕਟਰਿਸਟਿਕਸ ਦੇ ਬਾਰੇ ਅਤੇ ਉਹਨਾਂ ਨਾਲ ਰਿਲੇਟਡ ਇੰਪੋਰਟੈਂਟ ਸੀਜ਼, ਗਲਫਸ, ਬੇਜ਼ ਅਤੇ ਸਟੇਟਸ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਕੁਛ ਕੁ ਨਾ ਬੇਸਿਕ ਕੌਨਸੈਪਟਸ ਨੇ, ਜਿਸ ਤਰ੍ਹਾਂ ਸੀ, ਗਲਫ ਅਤੇ ਬੇ ਅਤੇ ਸਟੇਟ ਦਾ, ਠੀਕ ਹੈ। ਇਹਨਾਂ ਨੂੰ ਕਲੀਅਰ ਕਰ ਲਈਏ ਕਿ ਇਹ ਕੀ ਹੁੰਦੇ ਨੇ, ਤਾਂ ਆਪਾਂ ਨੂੰ ਜਿਹੜਾ ਅੱਗੇ ਸੰਸਾਰ ਦੀ ਜੋਗਰਾਫੀ ਨੂੰ, ਸੰਸਾਰ ਦੇ ਇੰਪੋਰਟੈਂਟ ਜੋਗਰਾਫੀ ਦੇ ਫੈਕਟਸ ਨੂੰ ਸਮਝਣਾ ਆਸਾਨ ਹੋ ਸਕੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੀ ਦੀ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਹਾਂ ਸਮੁੰਦਰ, ਠੀਕ ਹੈ। ਸਮੁੰਦਰ ਕੀ ਹੁੰਦਾ ਹੈ? Seas are the smaller than ocean, usually located where land and ocean meets, ਠੀਕ ਹੈ। ਸਭ ਤੋਂ ਪਹਿਲੀ ਗੱਲ, ਸਮੁੰਦਰ ਕੀ ਹੁੰਦਾ? ਸਮੁੰਦਰ ਮਹਾਸਾਗਰ ਤੋਂ ਛੋਟਾ ਹੁੰਦਾ ਅਤੇ ਦੂਸਰੀ ਇਹ ਉੱਥੋਂ ਹੀ ਮਿਲਦਾ ਜਿੱਥੇ ਧਰਤੀ ਅਤੇ ਮਹਾਸਾਗਰ ਆਪਸ ਦੇ ਵਿੱਚ ਮਿਲਦੇ ਨੇ। ਜਾਂ ਬਿਲਕੁਲ ਆਸਾਨ ਸ਼ਬਦਾਂ ਦੇ ਵਿੱਚ ਕਹਿ ਲਈਏ ਹੈ ਨਾ ਕਿ ਸਮੁੰਦਰ ਕੀ ਹੁੰਦਾ? ਸੀਜ਼ ਆਰ ਦੀ ਐਜਸ ਆਫ ਓਸ਼ਨਸ, ਸਮੁੰਦਰ ਮਹਾਸਾਗਰਾਂ ਦਾ ਕਿਨਾਰਾ ਹੁੰਦੇ ਨੇ, ਠੀਕ ਹੈ। ਕਿਵੇਂ ਹੁੰਦੇ ਨੇ ਇਹ ਤੁਹਾਨੂੰ ਮੈਂ ਅੱਗੇ ਦੱਸਦਾ। ਦੂਸਰਾ ਕੰਸੈਪਟ ਹੈ ਗਲਫ। ਗਲਫ ਕੀ ਹੁੰਦਾ ਹੈ? ਅ ਬਾਡੀ ਆਫ ਵਾਟਰ ਵਿਦ ਨਾਰੋ ਮਾਊਥ ਔਰ ਅ ਪਾਰਟ ਆਫ ਸੀ ਦੈਟ ਇਜ਼ ਆਲਮੋਸਟ ਸਰਾਊਂਡਡ ਬਾਏ ਲੈਂਡ। ਆਲਮੋਸਟ ਸਰਾਊਂਡਡ, ਕੰਪਲੀਟਲੀ ਸਰਾਊਂਡਡ ਨਹੀਂ, ਆਲਮੋਸਟ ਸਰਾਊਂਡਡ ਮਤਲਬ ਪਾਣੀ ਦਾ ਉਹ ਸਰੋਤ ਜਿਹੜਾ ਸਮੁੰਦਰ ਜਾਂ ਮਹਾਸਾਗਰ ਨਾਲ ਸਿੱਧਾ ਨਹੀਂ ਬਲਕਿ ਇੱਕ ਤੰਗ ਰਸਤੇ ਨਾਲ ਜੁੜਿਆ ਹੋਵੇ, ਉਸਨੂੰ ਆਪਾਂ ਗਲਫ ਕਹਿੰਦੇ ਨੇ। ਐਗਜ਼ਾਮਪਲ ਆਪਾਂ ਲੈ ਲਈ ਗਲਫ ਆਫ ਮੈਕਸੀਕੋ, ਸੰਸਾਰ ਦੀ ਜਿਹੜੀ ਸਭ ਤੋਂ ਵੱਡੀ ਗਲਫ ਹੈ, ਠੀਕ ਹੈ। ਉਸ ਤੋਂ ਬਾਅਦ ਅੱਗੇ ਆ ਗਿਆ ਬੇ ਆਫ ਬੰਗਾਲ, ਠੀਕ ਹੈ। ਆ ਪਾਰਟ ਆਫ ਕੋਸਟ ਵੇਅਰ ਲੈਂਡ ਗੋਜ਼ ਇਨਟੂ ਫਾਰਮ ਕਰਵ, ਉਹ ਲੈਂਡਮਾਰਕ ਜਿੱਥੇ ਜਿਹੜਾ ਆਪਾਂ ਬੇ ਦਾ ਕੰਸੈਪਟ ਦੇਖੀਏ ਤਾਂ ਉਹ ਲੈਂਡਮਾਰਕ ਜਿੱਥੇ ਜਿਹੜੀ ਕੋਸਟ ਹੈ ਉਹ ਇੱਕ ਕਰਵ ਬਣ ਜੇ, ਠੀਕ ਹੈ। ਕੋਸਟ ਇੱਕ ਦੇ ਵਿੱਚ ਇੱਕ ਕਰਵੇਚਰ ਹੋਵੇ, ਇੱਕ ਮੋੜ ਹੋਵੇ ਅੰਦਰ ਵੱਲ ਨੂੰ, ਉਸ ਤਰ੍ਹਾਂ ਦੇ ਲੈਂਡਮਾਰਕਸ ਨੂੰ ਜਿਹੜਾ ਬੇ ਕਿਹਾ ਜਾਂਦਾ। ਬੇ ਆਫ ਬੰਗਾਲ ਇਸ ਦੀ ਐਗਜ਼ਾਮਪਲ ਹੈ, ਠੀਕ ਹੈ। ਆ ਤੁਸੀਂ ਇੱਧਰ ਦੇਖੋ, ਇਹ ਹੈਗੀ ਆਪਣੀ ਗਲਫ ਆਫ ਮੈਕਸੀਕੋ, ਠੀਕ ਹੈ। ਗਲਫ ਆਫ ਮੈਕਸੀਕੋ, ਗਲਫ ਆਫ ਮੈਕਸੀਕੋ ਜੁੜੀ ਹੋਈ ਹੈ ਕੈਰੇਬੀਅਨ ਸੀ ਦੇ ਨਾਲ। ਦੇਖੋ ਬੜਾ ਸਕੜਾ ਜਿਹਾ ਰਸਤਾ ਹੈ, ਠੀਕ ਹੈ। ਗਲਫ ਆਫ ਮੈਕਸੀਕੋ ਕੈਰੇਬੀਅਨ ਸੀ ਦੇ ਨਾਲ, ਕੈਰੇਬੀਅਨ ਸੀ ਦੇ ਨਾਲ ਜੁੜੀ ਹੋਈ। ਕੈਰੇਬੀਅਨ ਸੀ ਅੱਗੇ ਅਟਲਾਂਟਿਕ ਓਸ਼ਨ ਦੇ ਨਾਲ ਜੁੜਿਆ ਹੋਇਆ, ਠੀਕ ਹੈ। ਗਲਫ ਕੀ ਹੈ? ਜਿਹੜੀ ਕਿ ਸਮੁੰਦਰ ਦੇ ਨਾਲ ਜਾਂ ਮਹਾਸਾਗਰ ਦੇ ਨਾਲ ਬਹੁਤ ਛੋਟੇ ਜਿਹੜੇ ਨਾਰੋ ਲਿੰਕ ਦੇ ਥਰੂ ਜੁੜੀ ਹੋਵੇ, ਠੀਕ ਹੈ। ਅਤੇ ਸੀਜ਼ ਕੀ ਨੇ? ਸੀਜ਼ ਆਰ ਦੀ ਐਜਸ ਆਫ ਓਸ਼ਨ, ਠੀਕ ਹੈ। ਕਲੀਅਰ ਹੈ ਜੀ। ਅੱਗੇ ਇੰਪੋਰਟੈਂਟ ਕੰਸੈਪਟ ਹੈ, ਉਹਨੂੰ ਕਹਿੰਦੇ ਨੇ ਸਟ੍ਰੇਟ। ਸਟ੍ਰੇਟ ਕੀ ਹੁੰਦਾ ਹੈ? ਸਟ੍ਰੇਟ ਹੁੰਦਾ ਅ ਨਾਰੋ ਵਾਟਰ ਬੋਡੀ ਦੈਟ ਜੁਆਇਨਸ ਟੂ ਲਾਰਜਰ ਵਾਟਰ ਬੋਡੀਜ਼, ਸੀਜ਼ ਔਰ ਓਸ਼ਨ ਕਾਲਡ ਅ ਸਟ੍ਰੇਟ। ਮਤਲਬ ਇੱਕ ਪਤਲੀ ਜਿਹੀ ਵਾਟਰ ਬੋਡੀ ਹੈ ਜਿਹੜੀ ਕਿ ਦੋ ਵੱਡੇ ਸਮੁੰਦਰਾਂ ਜਾਂ ਮਹਾਸਾਗਰਾਂ ਨੂੰ ਆਪਸ ਵਿੱਚ ਮਿਲਾਉਂਦੀ ਹੈ ਅਤੇ ਲੈਂਡ ਮਾਸਿਸ ਨੂੰ ਵੱਖ ਕਰਦੀ ਹੈ। ਲੈਂਡ ਮਾਸਿਸ ਨੂੰ ਵੱਖ ਕਰਦੀ ਹੈ ਅਤੇ ਦੋ ਵੱਡੇ ਸਮੁੰਦਰਾਂ ਅਤੇ ਮਹਾਸਾਗਰਾਂ ਨੂੰ ਆਪਸ ਵਿੱਚ ਮਿਲਾਉਂਦੀ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਸਟ੍ਰੇਟ। ਫੋਰ ਐਗਜ਼ਾਮਪਲ ਬਾਬਲ ਮੰਡਾਬ ਸਟ੍ਰੇਟ, ਇਹ ਐਡਨ ਸੀ। ਬਾਬਲ ਮੰਡਾਬ ਸਟ੍ਰੇਟ ਗਲਫ ਆਫ ਐਡਨ ਅਤੇ ਰੈੱਡ ਸੀ ਨੂੰ ਆਪਸ ਦੇ ਵਿੱਚ ਮਿਲਾਉਂਦੀ ਹੈ, ਠੀਕ ਹੈ। ਸਟ੍ਰੇਟ ਆਫ ਹਾਰਮੁਜ਼, ਠੀਕ ਹੈ। ਗਲਫ ਆਫ ਓਮਾਨ ਅਤੇ ਪਰਸ਼ੀਅਨ ਗਲਫ ਨੂੰ ਆਪਸ ਦੇ ਵਿੱਚ ਮਿਲਾਉਂਦਾ ਹੈ। ਅਤੇ ਆ ਬੜਾ ਇੰਪੋਰਟੈਂਟ ਸਟ੍ਰੇਟਸ ਨੇ। ਡਾਰਡੇਨਲ ਸਟ੍ਰੇਟ ਈਜੀਅਨ ਸੀ ਅਤੇ ਮਾਰਮਾਰਾ ਸੀ ਨੂੰ, ਠੀਕ ਹੈ। ਈਜੀਅਨ ਸੀ ਅਤੇ ਮਾਰਮਾਰਾ ਸੀ ਨੂੰ ਆਪਸ ਦੇ ਵਿੱਚ ਮਿਲਾਉਂਦਾ ਹੈ, ਠੀਕ ਹੈ। ਬੋਸਪੋਰਸ ਸਟ੍ਰੇਟ, ਬੋਸਪੋਰਸ ਸਟ੍ਰੇਟ ਮਾਰਮਾਰਾ ਸੀ ਅਤੇ ਬਲੈਕ ਸੀ ਨੂੰ ਆਪਸ ਦੇ ਵਿੱਚ ਜੋੜਦਾ ਹੈ, ਠੀਕ ਹੈ। ਤਾਂ ਇੱਥੇ ਬੜਾ ਇੰਪੋਰਟੈਂਟ ਕੁਐਸਚਨ ਬਣਦਾ ਹੈ, ਤੁਸੀਂ ਮੈਨੂੰ ਦੱਸੋ ਕਿ ਜਿਹੜਾ ਬਲੈਕ ਸੀ ਹੈ ਇਹ ਲੈਂਡਲੌਕਡ ਸੀ ਹੈ, ਲੈਂਡਲੌਕਡ ਸੀ ਹੈ ਜਾਂ ਨਹੀਂ ਹੈ। ਹੁਣ ਆਪਾਂ ਜਨਰਲ ਇੰਪੋਰਟੈਂਟ ਫੈਕਟ ਤਾਂ ਆਪਣੀ ਅਰਥ ਦੇ ਬਾਰੇ ਪੜ੍ਹ ਲਏ। ਹੁਣ ਨੈਕਸਟ ਆਪਾਂ ਪੜ੍ਹਦੇ ਹਾਂ ਕੌਂਟੀਨੈਂਟ ਵਾਈਜ਼ ਸੰਸਾਰ ਨੂੰ ਜਾਣਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਨਾਰਥ ਅਮਰੀਕਾ ਕੌਂਟੀਨੈਂਟ। ਨਾਰਥ ਅਮਰੀਕਾ ਕੌਂਟੀਨੈਂਟ ਆਕਾਰ ਪੱਖੋਂ ਤਾਂ ਸੰਸਾਰ ਦਾ ਤੀਸਰਾ ਵੱਡਾ ਮਹਾਂਦੀਪ ਹੈ ਅਤੇ ਜਨਸੰਖਿਆ ਪੱਖੋਂ ਸੰਸਾਰ ਦਾ ਚੌਥਾ ਵੱਡਾ ਕੌਂਟੀਨੈਂਟ ਹੈ। ਜਿਹੜਾ ਹੈਗਾ ਆਪਣਾ ਨਾਰਥ ਅਮਰੀਕਾ, ਇਹਦੀ ਖੋਜ ਕੀਤੀ ਸੀ ਕੋਲੰਬਸ ਨੇ 1492 ਦੇ ਵਿੱਚ। ਅਤੇ ਨਾਰਥ ਅਮਰੀਕਾ ਦੇ ਬਿਲਕੁਲ ਨਾਰਥ ਦੇ ਉੱਪਰ ਆਉਂਦਾ ਆਰਕਟਿਕ ਸੀ ਅਤੇ ਇਸ ਦੇ ਈਸਟ ਦੇ ਉੱਪਰ ਆ ਜਾਂਦਾ ਆਪਣਾ ਅਟਲਾਂਟਿਕ ਸੀ, ਵੈਸਟ ਦੇ ਵਿੱਚ ਪੈਸੀਫਿਕ ਸੀ,
ठीक है। नॉर्थ ਦੇ ਵਿੱਚ ਆਰਕਟਿਕ, ਈਸਟ ਦੇ ਵਿੱਚ ਅਟਲਾਂਟਿਕ ਤੇ ਵੈਸਟ ਦੇ ਵਿੱਚ ਪੈਸੀਫਿਕ ਸੀ। ਤੇ ਇਸ ਦੀਆਂ ਇੰਪੋਰਟੈਂਟ ਗਲਫਸ ਨੇ ਗਲਫ ਆਫ ਮੈਕਸੀਕੋ, ਇੱਕ ਡਾਟ ਜਿਹੜੀ ਦੇਖ ਰਹੇ ਹੋ ਤੁਸੀਂ, ਠੀਕ ਹੈ, ਇਹ ਹੈਗੀ ਗਲਫ ਆਫ ਮੈਕਸੀਕੋ ਜੋ ਯੂਨਾਈਟਿਡ ਸਟੇਟ ਤੇ ਮੈਕਸੀਕੋ ਦੇ ਬਾਰਡਰ ਦੇ ਨਾਲ ਲੱਗਦੀ ਹੈ, ਠੀਕ ਹੈ। ਤੇ ਉਸ ਤੋਂ ਉੱਪਰ ਤੁਸੀਂ ਸੈਂਟ ਲਾਰੈਂਸ ਗਲਫ, ਠੀਕ ਹੈ। ਉਸ ਤੋਂ ਉੱਪਰ ਹੈਗਾ ਆਪਣਾ ਲੈਬਰੇਡੋਰ ਸੀ। ਫਿਰ ਆ ਜਾਂਦੀ ਆਪਣੀ ਹਡਸਨ ਬੇ, ਠੀਕ ਹੈ। ਉਸ ਤੋਂ ਉੱਪਰ ਬਫਿਨ ਬੇ, ਇੰਪੋਰਟੈਂਟ ਜਿਹੜੇ ਇਹਦੇ ਵਾਟਰ ਬਾਡੀਜ਼ ਨੇ। ਅਤੇ ਬਫਿਨ ਵੇ ਤੋਂ ਉੱਪਰ ਇਹ ਜਿੱਥੇ ਹੁਣ ਇਹ ਸਰਕਲ ਤੁਸੀਂ ਦੇਖ ਰਹੇ ਹੋ, ਇੱਥੇ ਹੈਗਾ ਆਪਣਾ ਬੇਰਿੰਗ ਸਟ੍ਰੇਟ। ਬੇਰਿੰਗ ਸਟ੍ਰੇਟ ਜੋ ਕਿ ਨਾਰਥ ਅਮਰੀਕਾ ਨੂੰ ਰਸ਼ੀਆ ਤੋਂ ਅਲੱਗ ਕਰਦਾ। ਰਸ਼ੀਆ ਤੋਂ ਅਲੱਗ ਕਰਨ ਦਾ ਮਤਲਬ ਨਾਰਥ ਅਮਰੀਕਾ ਨੂੰ ਏਸ਼ੀਆ ਤੋਂ ਅਲੱਗ ਕਰਦਾ, ਠੀਕ ਹੈ। ਇਹਨੂੰ ਕਹਿੰਦੇ ਨੇ ਬੇਰਿੰਗ ਸਟ੍ਰੇਟ। ਇਹਦੇ ਇੱਕ ਪਾਸੇ ਤਾਂ ਬੇਰਿੰਗ ਸੀ ਹੈ ਅਤੇ ਦੂਸਰੇ ਪਾਸੇ ਚੁਕੀਨ ਸੀ ਹੈ। ਇੱਕ ਪਾਸੇ ਬੇਰਿੰਗ ਸੀ ਅਤੇ ਦੂਸਰੇ ਪਾਸੇ ਚੁਕੀਨ ਸੀ, ਠੀਕ ਹੈ। ਦੁਬਾਰਾ ਤੋਂ ਆਪਾਂ ਇੱਕ ਵਾਰ ਰਿਪੀਟ ਕਰ ਲਈਏ। ਉੱਪਰ ਆ ਗਿਆ ਆਪਣਾ ਆਰਕਟਿਕ ਸੀ, ਇੱਥੇ ਆ ਗਿਆ ਆਪਣਾ ਅਟਲਾਂਟਿਕ ਸੀ, ਇੱਥੇ ਪੈਸੀਫਿਕ ਸੀ, ਠੀਕ ਹੈ। ਇਹ ਹੈਗੀ ਆਪਣੀ ਗਲਫ ਆਫ ਮੈਕਸੀਕੋ, ਸੈਂਟ ਲਾਰੈਂਸ ਗਲਫ, ਠੀਕ ਹੈ। ਇਹ ਆ ਗਿਆ ਆਪਣਾ ਲੈਬਰੇਡੋਰ ਸੀ, ਹਡਸਨ ਬੇ, ਬਫਿਨ ਬੇ ਅਤੇ ਆਪਣਾ ਆ ਗਿਆ ਬੇਰਿੰਗ ਸਟ੍ਰੇਟ ਜਿਹੜਾ ਕਿ ਏਸ਼ੀਆ ਅਤੇ ਨਾਰਥ ਅਮਰੀਕਾ ਨੂੰ ਅਲੱਗ ਕਰਦਾ ਹੈ, ਠੀਕ ਹੈ ਜੀ। ਅਤੇ ਨੀਚੇ ਤੋਂ ਜਿਹੜਾ ਹੈਗਾ ਨਾਰਥ ਅਮਰੀਕਾ ਦੇ ਨੀਚੇ ਆ ਜਾਂਦਾ ਸਾਊਥ ਅਮਰੀਕਾ। ਨਾਰਥ ਅਮਰੀਕਾ ਦੇ ਨੀਚੇ ਆ ਜਾਂਦਾ ਸਾਊਥ ਅਮਰੀਕਾ, ਅਤੇ ਸਾਊਥ ਅਮਰੀਕਾ ਦੇ ਨਾਲ ਨਾਰਥ ਅਮਰੀਕਾ ਪਨਾਮਾ ਇਸਥਮਸ ਦੇ ਨਾਲ ਜੁੜਿਆ ਹੋਇਆ। ਪਨਾਮਾ ਇਸਥਮਸ ਦੇ ਨਾਲ ਨਾਰਥ ਅਮਰੀਕਾ ਸਾਊਥ ਅਮਰੀਕਾ ਦੇ ਨਾਲ ਜੁੜਿਆ ਹੋਇਆ, ਠੀਕ ਹੈ। ਤੁਸੀਂ ਦੇਖ ਪਾ ਰਹੇ ਹੋ ਇੱਥੇ ਨੀਚੇ ਸਾਊਥ ਅਮਰੀਕਾ ਆ ਗਿਆ। ਉਹਦੇ ਜਿਹੜੇ ਕੋਲੰਬੀਆ, ਵੈਨਜ਼ੂਏਲਾ, ਇਕੁਏਡੋਰ ਜਿਹੜੇ ਨੇ ਸਾਊਥ ਅਮਰੀਕਾ ਦੇ ਕੰਟਰੀਜ਼ ਨੇ। ਅਤੇ ਜਿਹੜਾ ਇਹ ਤੁਸੀਂ ਸਰਕਲ ਦੇਖ ਰਹੇ ਹੋ ਇਹ ਪਨਾਮਾ ਇਸਥਮਸ ਹੈ। ਇਸਥਮਸ ਕੀ ਹੁੰਦਾ ਹੈ? ਇਸਥਮਸ ਹੁੰਦਾ ਇੱਕ ਨਾਰੋ ਲੈਂਡ ਮਾਸ, ਠੀਕ ਹੈ। ਨਾਰੋ ਜਿਹੜੀ ਹੁੰਦੀ ਹੈ ਲੈਂਡ ਮਾਸ ਹੁੰਦਾ ਜਿਹੜਾ ਕਿ ਦੋ ਵੱਡੇ ਲੈਂਡ ਮਾਸਿਸ ਨੂੰ ਆਪਸ ਦੇ ਵਿੱਚ ਜੋੜਦਾ ਅਤੇ ਦੋ ਵਾਟਰ ਬਾਡੀਜ਼ ਨੂੰ ਅਲੱਗ ਕਰਦਾ। ਅਤੇ ਪਨਾਮਾ ਇਸਥਮਸ ਦੇ ਉੱਪਰ ਇੱਕ ਫੇਮਸ ਜਿਹੜੀ ਆਪਣੀ ਪਨਾਮਾ ਕੈਨਲ ਵੀ ਹੈ, ਠੀਕ ਹੈ, ਜਿਹੜੀ ਕਿ ਮੈਨ-ਮੇਡ ਕੈਨਲ ਹੈ, ਜਿਸ ਦੇ ਨਾਲ ਜਿਹੜਾ ਹੈਗਾ ਆਪਣਾ ਅਟਲਾਂਟਿਕ ਓਸ਼ਨ ਅਤੇ ਪੈਸੀਫਿਕ ਓਸ਼ਨ ਦੇ ਵਿੱਚ ਨੈਵੀਗੇਸ਼ਨ ਕੀਤੀ ਜਾਂਦੀ ਹੈ ਲਿਫਟਿੰਗ ਸਿਸਟਮ ਦੇ ਥਰੂ, ਠੀਕ ਹੈ। ਇੱਧਰੋਂ ਜਿਹੜੇ ਨੇ ਅਟਲਾਂਟਿਕ ਓਸ਼ਨ ਤੋਂ ਜਿਹੜੀ ਸ਼ਿਪਸ ਨੇ ਉਹ ਪੈਸੀਫਿਕ ਓਸ਼ਨ ਅਤੇ ਪੈਸੀਫਿਕ ਓਸ਼ਨ ਤੋਂ ਜਿਹੜੇ ਨੇ ਅਟਲਾਂਟਿਕ ਓਸ਼ਨ ਦੇ ਵਿੱਚ ਸ਼ਿਪਸ ਜਿਹੜੇ ਨੇ ਉਹ ਭੇਜੇ ਜਾਂਦੇ ਨੇ। ਤਾਂ ਕੈਨੇਡਾ ਅਤੇ USA ਜਿਹੜੇ ਨੇ ਦੋ ਵੱਡੇ ਦੇਸ਼ ਨੇ ਨਾਰਥ ਅਮਰੀਕਾ ਦੇ, ਅਤੇ 49 ਡਿਗਰੀ ਲੈਟੀਟਿਊਡ, ਠੀਕ ਹੈ, ਅਤੇ 49 ਡਿਗਰੀ ਲੈਟੀਟਿਊਡ ਅਤੇ ਆਪਣੀਆਂ ਗ੍ਰੇਟ ਲੇਕਸ, ਸੈਂਟ ਲਾਰੈਂਸ ਰਿਵਰ, ਇਹ ਜਿਹੜੀਆਂ ਬਾਉਂਡਰੀ ਬਣਾਉਂਦੀਆਂ ਨੇ USA ਅਤੇ ਕੈਨੇਡਾ ਦੇ ਵਿੱਚ। ਅਤੇ ਕਿਊਬਾ ਬੜਾ ਫੇਮਸ ਹੈ ਇੱਥੇ, ਜਿਹੜਾ ਕੰਟਰੀ ਹੈ ਕਿਊਬਾ ਬੜਾ ਫੇਮਸ ਹੈ ਨਾਰਥ ਅਮਰੀਕਾ ਦੇ ਵਿੱਚ ਸ਼ੂਗਰ ਕੇਨ ਪ੍ਰੋਡਕਸ਼ਨ ਦੇ ਵਿੱਚ ਇਸਨੂੰ ਜਿਹੜਾ ਸ਼ੂਗਰ ਵਾਲਕ ਆਫ ਦੀ ਵਰਲਡ ਵੀ ਕਿਹਾ ਜਾਂਦਾ ਹੈ। ਅਤੇ USA ਜਿਹੜਾ ਹੈਗਾ ਉਹ ਲਾਰਜੈਸਟ ਪ੍ਰੋਡਿਊਸਰ ਹੈ ਕੋਲ ਦਾ, ਸੈਕਿੰਡ ਲਾਰਜੈਸਟ ਪ੍ਰੋਡਿਊਸਰ ਕੋਲ ਦਾ ਚਾਈਨਾ ਤੋਂ ਬਾਅਦ। ਕੈਨੇਡਾ ਦੀ ਸਭ ਤੋਂ ਲਾਰਜੈਸਟ ਕੋਸਟ ਲਾਈਨ ਹੈ। ਲੇਕ ਸੁਪੀਰੀਅਰ ਰੀਜਨ ਬਹੁਤ ਫੇਮਸ ਹੈ ਨਾਰਥ ਅਮਰੀਕਾ ਦੇ ਵਿੱਚ ਆਇਰਨ ਔਰ ਕੱਚੇ ਲੋਹੇ ਦੀ ਪ੍ਰੋਡਕਸ਼ਨ ਵਾਸਤੇ। USA 9th ਲਾਰਜੈਸਟ ਆਇਰਨ ਔਰ ਰਿਜ਼ਰਵਸ USA ਦੇ ਵਿੱਚ ਹੈਗੇ ਨੇ। ਹੂਵਰ ਡੈਮ ਬੜਾ ਫੇਮਸ ਹੈ। ਨਾਇਗਰਾ ਫਾਲ ਫੇਮਸ ਹੈ ਨਾਰਥ ਅਮਰੀਕਾ ਦੇ ਵਿੱਚ। ਅੱਗੇ ਚੱਲਦੇ ਹਾਂ ਜੀ, ਆਪਣਾ ਨੈਕਸਟ ਜਿਹੜਾ ਕੰਟੀਨੈਂਟ ਹੈ ਸੰਸਾਰ ਦਾ ਉਹ ਹੈਗਾ ਸਾਊਥ ਅਮਰੀਕਾ। ਸਾਊਥ ਅਮਰੀਕਾ ਜਨਸੰਖਿਆ ਦੇ ਪੱਖੋਂ ਸੰਸਾਰ ਦਾ ਤੀਜਾ ਅਤੇ ਆਕਾਰ ਦੇ ਪੱਖੋਂ ਸੰਸਾਰ ਦਾ ਚੌਥਾ ਵੱਡਾ ਕੰਟੀਨੈਂਟ ਹੈ। ਸੰਸਾਰ ਦਾ ਚੌਥਾ ਵੱਡਾ ਕੰਟੀਨੈਂਟ ਹੈ। ਨਾਰਥ ਅਮਰੀਕਾ ਦੇ ਨਾਰਥ ਈਸਟ ਦੇ ਵਿੱਚ ਤਾਂ ਅਟਲਾਂਟਿਕ ਓਸ਼ਨ, ਵੈਸਟ ਦੇ ਵਿੱਚ ਪੈਸੀਫਿਕ ਓਸ਼ਨ ਆ ਜਾਂਦਾ ਹੈ। ਅਤੇ ਨਾਰਥ ਅਮਰੀਕਾ ਦੇ ਵਿੱਚ ਜਿਹੜੀ ਐਮਾਜ਼ੋਨ ਰਿਵਰ ਹੈ, ਐਮਾਜ਼ੋਨ ਰਿਵਰ ਵੋਲੀਅਮ ਵਾਈਜ਼ ਸੰਸਾਰ ਦੀ ਜਿਹੜੀ ਸਭ ਤੋਂ ਵੱਡੀ ਨਦੀ ਹੈ। ਵੋਲੀਅਮ ਵਾਈਜ਼ ਸੰਸਾਰ ਦੀ ਸਭ ਤੋਂ ਵੱਡੀ ਨਦੀ ਐਮਾਜ਼ੋਨ ਰਿਵਰ ਹੈ। ਅਤੇ ਐਮਾਜ਼ੋਨ ਰਿਵਰ
ਉਹਦੇ ਨਾਰਥ ਅਮਰੀਕਾ ਦੇ ਬ੍ਰਾਜ਼ੀਲ, ਕੋਲੰਬੀਆ ਅਤੇ ਪੇਰੂ ਕੰਟਰੀ ਦੇ ਵਿੱਚੋਂ ਲੰਘਦੀ ਹੈ। ਸਾਊਥ ਅਮਰੀਕਾ ਕੰਟੀਨੈਂਟ ਦੇ ਵਿੱਚ ਕੁੱਲ 13 ਦੇਸ਼ ਨੇ, ਜਿਸ ਦੇ ਵਿੱਚ ਕੋਲੰਬੀਆ, ਵੈਨਜ਼ੂਏਲਾ, ਗਿਆਨਾ, ਸੁਰੀਨੇਮ, ਫ੍ਰੈਂਚ ਗੁਨੀਆ, ਬ੍ਰਾਜ਼ੀਲ, ਇਕੁਆਡੋਰ, ਪੇਰੂ, ਬੋਲੀਵੀਆ, ਪੈਰਾਗੁਏ, ਉਰੂਗਵੇ, ਅਰਜਨਟਾਈਨਾ ਅਤੇ ਚੈਲ ਨੇ। ਠੀਕ ਹੈ, ਤਾਂ ਵੈਸੇ 12 ਕੰਟਰੀਜ਼ ਨੇ ਸਾਊਥ ਅਮਰੀਕਾ ਦੇ ਵਿੱਚ, ਬਟ ਜਿਹੜਾ 13ਵਾਂ ਕੰਟਰੀ ਹੈ ਫ੍ਰੈਂਚ ਗੁਨੀਆ, ਇਹ ਹੈਗਾ ਤਾਂ ਸਾਊਥ ਅਮਰੀਕਾ ਦੇ ਵਿੱਚ ਹੈ, ਬਟ ਇਹ ਓਵਰਸੀ ਟੈਰੀਟਰੀ ਹੈ ਫਰਾਂਸ ਦੀ। ਫ੍ਰੈਂਚ ਗੁਨੀਆ ਫਰਾਂਸ ਦੀ ਓਵਰਸੀ ਟੈਰੀਟਰੀ ਹੈ। ਠੀਕ ਹੈ, ਇਹ ਰਿਹਾ ਫ੍ਰੈਂਚ ਗੁਨੀਆ, ਇਹ ਫਰਾਂਸ ਦੀ ਓਵਰਸੀ ਟੈਰੀਟਰੀ ਹੈ। ਫਰਾਂਸ ਦੇ ਵਿੱਚ ਜਿਹੜਾ ਵੈਨਜ਼ੂਏਲਾ ਇਹ ਬੜਾ ਫੇਮਸ ਹੈ। ਠੀਕ ਹੈ, ਵੈਨਜ਼ੂਏਲਾ ਦੇ ਵਿੱਚ ਸੰਸਾਰ ਦੇ ਸਭ ਤੋਂ ਜ਼ਿਆਦਾ ਜਿਹੜੇ ਨੇ ਆਇਲ ਰਿਜ਼ਰਵਸ ਨੇ। ਠੀਕ ਹੈ, ਅਤੇ ਬ੍ਰਾਜ਼ੀਲ ਜਿਹੜਾ ਹੈਗਾ ਇਹ ਸਾਊਥ ਅਮਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ। ਅਤੇ ਉਸ ਤੋਂ ਬਾਅਦ ਅੱਗੇ ਚੱਲੀਏ ਤਾਂ ਬੋਲੀਵੀਆ ਸੈਂਟਰ ਦੇ ਵਿੱਚ ਜਿਹੜਾ ਇੱਕ ਲੈਂਡਲੌਕ ਕੰਟਰੀ ਵੀ ਹੈ, ਅਤੇ ਇਹ ਇੱਥੇ ਜਿਹੜਾ ਹੈਗਾ ਲੇਕ ਟੀਟੀਕਾਕਾ, ਇਹ ਲਾਰਜੈਸਟ ਫਰੈਸ਼ ਵਾਟਰ ਲੇਕ ਹੈ ਸਾਊਥ ਅਮਰੀਕਾ ਦੀ। ਅਤੇ ਚੈਲ ਦੇ ਵਿੱਚ ਜਿਹੜਾ ਹੈਗਾ ਐਟਕਾਮਾ ਡੈਜ਼ਰਟ ਮਿਲਦਾ ਹੈ, ਬੜਾ ਫੇਮਸ ਹੈ ਵਰਲਡ ਦੇ ਵਿੱਚ। ਠੀਕ ਹੈ, ਅਤੇ ਕੋਲੰਬੀਆ, ਇੱਥੇ ਦੀ ਕੌਫੀ ਸਭ ਤੋਂ ਮਸ਼ਹੂਰ ਹੈ। ਇਕੁਆਡੋਰ ਬੜਾ ਫੇਮਸ ਹੈ ਬਨਾਨਾ ਪ੍ਰੋਡਕਸ਼ਨ ਅਤੇ ਜਿਹੜੀ ਫਲਾਵਰ ਪ੍ਰੋਡਕਸ਼ਨ ਦੇ ਲਈ। ਠੀਕ ਹੈ, ਅਤੇ ਇਹ ਜਿਹੜੇ ਕੰਟਰੀਜ਼ ਨੇ ਇਹਦੇ ਵਿੱਚੋਂ ਇੱਕ ਸਾਊਥ ਅਮਰੀਕਾ ਦੇ ਵਿੱਚ ਇਕੁਏਟਰ ਵੀ ਲੰਘਦਾ ਅਤੇ ਟ੍ਰੋਪਿਕ ਆਫ ਕੈਪਰੀਕੋਰਨ ਵੀ ਲੰਘਦੀ ਹੈ। ਠੀਕ ਹੈ, ਇਕੁਏਟਰ ਦੇ ਉੱਪਰ ਕੰਟਰੀਜ਼ ਜਿਹੜੇ ਆਉਂਦੇ ਨੇ ਆਪਣਾ ਇਕੁਆਡੋਰ, ਕੋਲੰਬੀਆ, ਬ੍ਰਾਜ਼ੀਲ ਆ ਜਾਂਦੇ ਨੇ, ਅਤੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਉੱਪਰ ਚੀਲ, ਅਰਜਨਟਾਈਨਾ ਅਤੇ ਪੈਰਾਗੁਏ ਉਹ ਆ ਜਾਂਦੇ ਨੇ। ਚੀਲ, ਅਰਜਨਟਾਈਨਾ, ਪੈਰਾਗੁਏ ਅਤੇ ਬ੍ਰਾਜ਼ੀਲ ਆਉਂਦੇ ਨੇ, ਅਤੇ ਬ੍ਰਾਜ਼ੀਲ ਇੱਕੋ ਇੱਕ ਅਜਿਹਾ ਦੇਸ਼ ਹੈ ਸਾਊਥ ਅਮਰੀਕਾ ਦਾ ਜਿੱਥੇ ਦੀ ਟ੍ਰੋਪਿਕ ਆਫ ਕੈਪਰੀਕੋਰਨ ਵੀ ਲੰਘਦੀ ਹੈ ਅਤੇ ਇਕੁਏਟਰ ਵੀ ਲੰਘਦਾ ਹੈ। ਅਤੇ ਬ੍ਰਾਜ਼ੀਲ ਸਾਊਥ ਅਮਰੀਕਾ ਦਾ ਸਭ ਤੋਂ ਜ਼ਿਆਦਾ ਮਿਨਰਲ ਰਿਸੋਰਸਿਸ ਵਾਲਾ ਦੇਸ਼ ਹੈ। ਸਭ ਤੋਂ ਜ਼ਿਆਦਾ ਜਿਹੜੀ ਆਪਣੀ ਮੈਗਨੀਜ਼ ਦੀ ਪ੍ਰੋਡਕਸ਼ਨ ਹੋਵੇ, ਚਾਹੇ ਸਭ ਤੋਂ ਜ਼ਿਆਦਾ ਆਇਰਨ ਓਰ ਦੀ ਪ੍ਰੋਡਕਸ਼ਨ ਹੋਵੇ, ਕੋਲ ਦੀ ਪ੍ਰੋਡਕਸ਼ਨ ਹੋਵੇ, ਹਾਈਡਰੋ ਇਲੈਕਟ੍ਰੀਸਿਟੀ ਦੀ ਪ੍ਰੋਡਕਸ਼ਨ ਹੋਵੇ, ਤਾਂ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਜਿਹੜੀ ਬ੍ਰਾਜ਼ੀਲ ਦੇ ਵਿੱਚ ਹੁੰਦੀ ਹੈ ਮਿਨਰਲਸ ਦੀ। ਅਤੇ ਹੁਣ ਆਹ ਨੀਚੇ ਤੁਸੀਂ ਜਿੱਥੇ ਸਰਕਲ ਦੇਖ ਰਹੇ ਹੋ, ਇਹ ਇੱਥੇ ਇੱਕ ਬੜਾ ਇੰਪੋਰਟੈਂਟ ਇਨਫੋਰਮੇਸ਼ਨ ਹੈ। ਇੱਥੇ ਹੈਗੀ ਸੰਸਾਰ ਦੇ ਸਭ ਤੋਂ ਸਦਰਨ ਮੋਸਟ ਸਿਟੀ, ਸੰਸਾਰ ਦੀ ਸਭ ਤੋਂ ਵੱਧ ਦੱਖਣੀ ਸ਼ਹਿਰ। ਤਾਂ ਸੰਸਾਰ ਦਾ ਸਭ ਤੋਂ ਵੱਧ ਦੱਖਣੀ ਸ਼ਹਿਰ ਜਿਹੜਾ ਹੈਗਾ ਉਹ ਹੈਗਾ ਪੋਰਟੋ ਵਿਲੀਅਮਸ। ਆ ਤੁਸੀਂ ਐਰੋ ਦੇਖ ਰਹੇ ਹੋ ਜਿੱਥੇ ਅਟੈਚ ਕੀਤਾ ਹੈਗਾ ਪੋਰਟੋ ਵਿਲੀਅਮਸ। ਪੋਰਟੋ ਵਿਲੀਅਮਸ ਨੂੰ ਰੀਸੈਂਟਲੀ ਰਿਕੋਗਨਾਈਜ਼ ਕੀਤਾ ਗਿਆ ਸੰਸਾਰ ਦਾ ਸਭ ਤੋਂ ਸਦਰਨ ਮੋਸਟ ਸਿਟੀ। ਉਸ ਤੋਂ ਪਹਿਲਾਂ ਇਹ ਟਾਈਟਲ ਹੈਗਾ ਸੀ ਉਸ਼ੂਆਇਆ ਸਿਟੀ ਸੀ ਆਪਣਾ ਅਰਜਨਟਾਈਨਾ ਦਾ, ਉਸ ਦੇ ਕੋਲ ਇਹ ਟਾਈਟਲ ਸੀ। ਅਤੇ ਪੋਰਟੋ ਵਿਲੀਅਮਸ ਚੈਲ ਦਾ ਇੱਕ ਜਿਹੜਾ ਸਿਟੀ ਹੈ ਜਿਸ ਨੂੰ ਸਦਰਨ ਮੋਸਟ ਸਿਟੀ ਕਿਹਾ ਜਾਂਦਾ ਹੈ। ਇਹ ਜਿਹੜੇ ਇੰਪੋਰਟੈਂਟ ਫੈਕਟ ਸੀ ਇਹ ਸਾਊਥ ਅਮਰੀਕਾ ਦੇ ਬਾਰੇ। ਅੱਗੇ ਚੱਲਦੇ ਹਾਂ ਜੀ ਅਫਰੀਕਾ ਦੇ ਬਾਰੇ। ਅਫਰੀਕਾ ਨੂੰ ਡਾਰਕ ਕੰਟੀਨੈਂਟ ਵੀ ਕਿਹਾ ਜਾਂਦਾ ਹੈ। ਠੀਕ ਹੈ, ਅਫਰੀਕਾ ਨੂੰ ਡਾਰਕ ਕੰਟੀਨੈਂਟ ਵੀ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਯੂਰਪੀਅਨ ਜਿਹੜੇ ਹੈਗੇ ਸੀ ਉਹਨਾਂ ਨੇ ਵੈਸੇ ਤਾਂ ਸਾਰੇ ਦੇਸ਼ ਲੱਭ ਰਹੇ ਸੀ, ਬਟ ਉਹਨਾਂ ਨੇ ਨਾ ਅਫਰੀਕਾ ਨਹੀਂ ਐਕਸਪਲੋਰ ਕੀਤਾ ਸੀ। ਅਫਰੀਕਾ ਐਕਸਪਲੋਰ ਕਰਨਾ ਉਹਨਾਂ ਦਾ ਰਹਿ ਗਿਆ ਸੀ। ਕਿਉਂ ਰਹਿ ਗਿਆ ਸੀ? ਵੈਸੇ ਤਾਂ ਉਹਨਾਂ ਜਿਹੜੇ ਯੂਰਪ ਦੇ ਬਿਲਕੁਲ ਨੇੜੇ, ਬਟ ਫਿਰ ਵੀ ਐਕਸਪਲੋਰ ਨਹੀਂ ਹੋਇਆ ਕਿਉਂਕਿ ਅਫਰੀਕਾ ਦੇ ਨੌਰਥ ਦੇ ਵਿੱਚ ਇੱਥੇ ਤਾਂ ਹੈਗਾ ਸਹਾਰਾ ਡੈਜ਼ਰਟ। ਠੀਕ ਹੈ, ਅਤੇ ਇੱਥੇ ਜਿਹੜੇ ਹੈਗੇ ਨੇ ਇਕੁਏਟਰ ਦੇ ਉੱਪਰ ਹੈਗੇ ਨੇ ਇੱਥੇ ਰੇਨ ਫੋਰੈਸਟ, ਤਾਂ ਬੜੇ ਡੈਂਸ ਫੋਰੈਸਟ ਸੀ ਅਤੇ ਸਾਰਾ ਡੈਜ਼ਰਟ ਸੀ, ਉਹਦੇ ਕਰਕੇ ਇਹ ਐਕਸਪਲੋਰ ਨਹੀਂ ਇੰਨਾ ਹੋ ਸਕਿਆ। ਇਹਦੇ ਬਾਰੇ ਜਾਣਕਾਰੀ ਬਹੁਤ ਲੇਟ ਜਾ ਕੇ ਮਿਲੀ, ਤਾਂ ਕਰਕੇ ਇਸ ਨੂੰ ਜਿਹੜਾ ਡਾਰਕ ਕੰਟੀਨੈਂਟ ਕਿਹਾ ਜਾਂਦਾ ਹੈ। ਤਾਂ ਅਤੇ ਅਫਰੀਕਾ ਸੰਸਾਰ ਦਾ ਇੱਕੋ ਇੱਕ ਅਜਿਹਾ ਮਹਾਂਦੀਪ ਹੈ ਜਿੱਥੋਂ ਦੀ ਟ੍ਰੋਪਿਕ ਆਫ ਕੈਂਸਰ ਵੀ ਲੰਘਦੀ ਹੈ, ਟ੍ਰੋਪਿਕ ਆਫ ਕੈਪਰੀਕੋਰਨ ਵੀ ਲੰਘਦੀ ਹੈ ਅਤੇ ਇਕੁਏਟਰ ਵੀ ਲੰਘਦਾ ਹੈ। ਸੰਸਾਰ ਦਾ ਇੱਕੋ ਇੱਕ ਸਿਟੀ ਹੈ ਜਿੱਥੇ ਟ੍ਰੋਪਿਕ ਆਫ ਕੈਂਸਰ, ਟ੍ਰੋਪਿਕ ਆਫ ਕੈਪਰੀਕੋਰਨ ਅਤੇ ਟ੍ਰੋਪਿਕ ਆਫ ਅਤੇ ਇਕੁਏਟਰ ਲੰਘਦਾ ਹੈ। ਅਤੇ ਅਫਰੀਕਾ ਨੂੰ ਸੰਸਾਰ ਦਾ ਓਲਡੈਸਟ ਪਾਪੂਲੇਸ਼ਨ ਏਰੀਆ ਵੀ ਕਿਹਾ ਜਾਂਦਾ। ਮੰਨਿਆ ਜਾਂਦਾ ਹੈ ਕਿ
ਸੰਸਾਰ ਦਾ ਜਿਹੜਾ ਹੈਗਾ, ਵਿਸ਼ਵ ਦਾ ਜਿਹੜਾ ਹੈਗਾ, ਧਰਤੀ ਦੇ ਸਭ ਤੋਂ ਪਹਿਲੇ ਮਨੁੱਖ ਜਿਹੜੇ ਉਹ ਅਫਰੀਕਾ ਮਹਾਂਦੀਪ ਦੇ ਵਿੱਚ ਜਿਹੜੇ ਨੇ ਐਗਜ਼ਿਸਟੈਂਸ ਦੇ ਵਿੱਚ ਆਏ ਸੀ, ਪੈਦਾ ਹੋਏ ਸੀ। ਅਤੇ ਅਫਰੀਕਾ ਕੰਟੀਨੈਂਟ ਦੇ ਜੇ ਬਾਰਡਰ ਦੀ ਗੱਲ ਕਰੀਏ ਤਾਂ ਅਫਰੀਕਾ ਦਾ ਬਾਰਡਰ ਜਿਹੜਾ ਹੈਗਾ ਨਾਰਥ ਦੇ ਵਿੱਚ ਯੂਰਪ ਤੋਂ ਅਲੱਗ ਹੁੰਦਾ ਗਿਬਰਾਲਟਰ ਸਟ੍ਰੇਟ, ਠੀਕ ਹੈ, ਉਹ ਇਸ ਨੂੰ ਯੂਰਪ ਤੋਂ ਅਲੱਗ ਕਰਦਾ। ਉਸ ਤੋਂ ਬਾਅਦ ਮੈਡੀਟੇਰੀਅਨ ਸੀ ਆ ਜਾਂਦਾ ਅਤੇ ਇੱਥੇ ਸੂਏਜ਼ ਇਸਥਮਸ ਹੈ, ਉਹ ਜਿਹੜਾ ਇਸ ਨੂੰ ਸੈਪਰੇਟ ਕਰਦਾ ਹੈ। ਉੱਥੇ ਸੂਏਜ਼ ਕੈਨਲ ਵੀ ਬਣਾਈ ਗਈ ਹੈ, ਠੀਕ ਹੈ, ਆਪਣਾ ਉਹ ਇਸ ਨੂੰ ਜਿਹੜਾ ਹੈਗਾ ਅਲੱਗ ਕਰਦਾ ਏਸ਼ੀਆ ਤੋਂ, ਠੀਕ ਹੈ। ਉਸ ਤੋਂ ਬਾਅਦ ਅੱਗੇ ਰੈੱਡ ਸੀ ਆ ਜਾਂਦਾ ਹੈ, ਠੀਕ ਹੈ, ਉਹ ਇਸ ਨੂੰ ਏਸ਼ੀਆ ਤੋਂ ਅਲੱਗ ਕਰਦਾ। ਤਾਂ ਅਫਰੀਕਾ ਦੇ ਨਾਰਥ ਦੇ ਵਿੱਚ ਇੰਡੀਅਨ ਓਸ਼ਨ, ਸਾਊਥ ਦੇ ਵਿੱਚ ਅਟਲਾਂਟਿਕ ਓਸ਼ਨ ਆ ਜਾਂਦਾ ਹੈ, ਠੀਕ ਹੈ। ਨਾਰਥ ਦੇ ਵਿੱਚ ਇੰਡੀਅਨ ਓਸ਼ਨ ਅਤੇ ਸਾਊਥ ਦੇ ਵਿੱਚ ਅਟਲਾਂਟਿਕ ਓਸ਼ਨ ਆ ਜਾਂਦਾ ਹੈ। ਬਟ ਇੱਥੇ ਇਹ ਹੈ ਕਿ ਜਿਹੜੀ ਸੂਏਜ਼ ਕੈਨਲ ਹੈ, ਸੂਏਜ਼ ਕੈਨਲ ਇਹਦਾ ਮੀਨਸ ਐਂਡ ਨਹੀਂ ਹੈ। ਸੂਏਜ਼ ਕੈਨਲ ਤੋਂ ਬਾਅਦ ਇੱਕ ਇੱਥੇ ਹੈਗਾ ਤੁਸੀਂ ਸਿਨਾਈ ਪੈਨਿਨਸੂਲਰ, ਠੀਕ ਹੈ, ਇਹ ਹੈਗਾ ਬੱਚੇ ਇੱਥੇ ਸਿਨਾਈ ਪੈਨਿਨਸੂਲਰ, ਠੀਕ ਹੈ, ਉਹ ਇਜਿਪਟ ਦਾ ਪਾਰਟ ਹੈ ਅਤੇ ਸਿਨਾਈ ਪੈਨਿਨਸੂਲਰ ਤੱਕ ਜਿਹੜਾ ਹੈਗਾ ਅਫਰੀਕਾ ਦੀ ਟੈਰੀਟਰੀ ਹੈ, ਇਜਿਪਟ ਦੀ ਟੈਰੀਟਰੀ ਹੈ। ਅਤੇ ਐਲ ਅਜੀਜੀਆ ਜਿਹੜੀ ਸੰਸਾਰ ਦੀ ਸਭ ਤੋਂ ਗਰਮ ਜਗ੍ਹਾ ਹੈ ਲੀਬੀਆ ਦੇ ਵਿੱਚ, ਉਹ ਅਫਰੀਕਾ ਦੇ ਵਿੱਚ ਹੈ, ਠੀਕ ਹੈ, ਅਫਰੀਕਾ ਕੰਟੀਨੈਂਟ ਦੇ ਉੱਪਰ ਹੈ। ਅਤੇ ਅਫਰੀਕਾ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਫਰੀਕਾ ਇੱਕੋ ਇੱਕ ਅਜਿਹਾ ਕੰਟਰੀ ਹੈ ਜਿੱਥੇ ਟ੍ਰੋਪਿਕ ਆਫ ਕੈਂਸਰ, ਟ੍ਰੋਪਿਕ ਆਫ ਕੈਪਰੀਕੌਨ ਅਤੇ ਇਕੁਏਟਰ ਤਿੰਨੋਂ ਲੰਘਦੇ ਨੇ। ਤਾਂ ਜਿਹੜੇ ਕੰਟਰੀਜ਼ ਦੇ ਟ੍ਰੋਪਿਕ ਆਫ ਕੈਂਸਰ ਦੇ ਉੱਪਰ ਨੇ, ਟ੍ਰੋਪਿਕ ਆਫ ਕੈਂਸਰ ਦੇ ਉੱਪਰ ਅਫਰੀਕਾ ਦੇ ਵਿੱਚ ਨਾਈਜੀਰੀਆ, ਅਲਜੀਰੀਆ, ਮਾਲੀ, ਮੌਂਟੇਨੀਆ, ਲੀਬੀਆ ਅਤੇ ਇਜਿਪਟ ਆਉਂਦੇ ਨੇ। ਕੰਟੀਨੈਂਟਸ ਔਨ ਇਕੁਏਟਰ ਦੇ ਉੱਪਰ ਜਿਹੜੇ ਕੰਟਰੀਜ਼ ਆ ਜਾਂਦੇ ਨੇ ਉਹ ਹੈਗੇ ਨੇ ਗੈਬੋਨ, ਰਿਪਬਲਿਕ ਆਫ ਕੋਂਗੋ, ਉਗਾਂਡਾ, ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ, ਕੀਨੀਆ ਅਤੇ ਸੋਮਾਲੀਆ। ਟ੍ਰੋਪਿਕ ਆਫ ਕੈਪਰੀਕੌਨ ਦੇ ਉੱਪਰ ਨੀਮੀਬੀਆ, ਬੋਟਸਵਾਨਾ, ਸਾਊਥ ਅਫਰੀਕਾ, ਮੋਜ਼ਾਂਬੀਕੂ ਐਂਡ ਮਦਗਾਸਕਰ, ਜਿਹੜਾ ਕਿ ਅਫਰੀਕਾ ਦਾ ਸਭ ਤੋਂ ਵੱਡਾ ਆਈਲੈਂਡ ਹੈ, ਉਹ ਆ ਜਾਂਦੇ ਨੇ, ਠੀਕ ਹੈ। ਤਾਂ ਇੱਕ ਹੈਗੇ ਨੇ ਹੌਰਨ ਕੰਟਰੀਜ਼, ਹੌਰਨ ਆਫ ਅਫਰੀਕਾ। ਹੌਰਨ ਆਫ ਅਫਰੀਕਾ ਇਹ ਇਸ ਏਰੀਆ ਨੂੰ ਕਿਹਾ ਜਾਂਦਾ ਹੈ, ਠੀਕ ਹੈ, ਇਸ ਏਰੀਆ ਨੂੰ ਕਿਹਾ ਜਾਂਦਾ ਹੈ ਹੌਰਨ ਆਫ ਅਫਰੀਕਾ। ਹੌਰਨ ਆਫ ਅਫਰੀਕਾ ਦੇ ਵਿੱਚ ਹੈਗੇ ਨੇ ਇਰੀਟਰੀਆ, ਇਥੋਪੀਆ, ਸੋਮਾਲੀਆ ਅਤੇ ਕੀਨੀਆ ਕੰਟਰੀਜ਼ ਆ ਜਾਂਦੇ ਨੇ। ਇਰੀਟਰੀਆ, ਇਥੋਪੀਆ, ਸੋਮਾਲੀਆ ਅਤੇ ਕੀਨੀਆ ਆ ਜਾਂਦੇ ਨੇ। ਇਹ ਦੇਖੋ ਇਹਦੀ ਜਿਹੜੀ ਸ਼ੇਪ ਹੈ ਬਿਲਕੁਲ ਹੌਰਨ ਦੀ ਤਰ੍ਹਾਂ ਹੈ, ਠੀਕ ਹੈ, ਜਿਵੇਂ ਰਾਈਨੋ ਦਾ ਹੌਰਨ ਹੁੰਦਾ ਉਸ ਤਰ੍ਹਾਂ ਦੀ ਸ਼ੇਪ ਹੈ। ਇਸ ਨੂੰ ਹੌਰਨ ਆਫ ਅਫਰੀਕਾ ਕਿਹਾ ਜਾਂਦਾ। ਇਸ ਦੇ ਵਿੱਚ ਇਰੀਟਰੀਆ, ਇਥੋਪੀਆ, ਸੋਮਾਲੀਆ ਅਤੇ ਕੀਨੀਆ ਕੰਟਰੀਜ਼ ਅਫਰੀਕਾ ਦੇ ਆਉਂਦੇ ਨੇ। ਅਫਰੀਕਾ ਮਹਾਂਦੀਪ ਦੇ ਵਿੱਚ ਜਿਹੜੀ ਸੰਸਾਰ ਦੀ ਸਭ ਤੋਂ ਲੰਬੀ ਨਦੀ ਨਾਈਲ ਰਿਵਰ ਹੈ ਉਹ ਲੰਘਦੀ ਹੈ। ਸਭ ਤੋਂ ਵੱਡਾ ਜਿਹੜਾ ਡੈਜ਼ਰਟ ਉਹ ਵੀ ਅਫਰੀਕਾ ਦੇ ਵਿੱਚ ਹੈ, ਠੀਕ ਹੈ। ਅਤੇ ਸੰਸਾਰ ਦੀਆਂ ਜਿਹੜੀਆਂ ਪ੍ਰੀਸੀਅਸ ਮੈਟਲਸ ਨੇ, ਪ੍ਰੀਸੀਅਸ ਮਿਨਰਲਸ ਨੇ, ਕੀਮਤੀ ਖਣਿਜ ਨੇ, ਉਹ ਸਭ ਤੋਂ ਜ਼ਿਆਦਾ ਜਿਹੜੇ ਨੇ ਅਫਰੀਕਾ ਦੇ ਵਿੱਚ ਨੇ। ਅਫਰੀਕਾ ਦੇ ਵਿੱਚ ਸੰਸਾਰ ਦਾ 40% ਗੋਲਡ, 90% ਪਲੈਟੀਨੀਅਮ ਅਤੇ 50% ਡਾਇਮੰਡ ਜਿਹੜੇ ਨੇ ਉਹ ਅਫਰੀਕਾ ਦੇ ਵਿੱਚ ਮਿਲਦੇ ਨੇ। ਅਤੇ ਅਫਰੀਕਾ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਰਿਵਰਸ ਨੇ ਉੱਥੇ ਵੈਸੇ ਤਾਂ ਜਿਹੜੇ ਹਾਈਡਰੋ ਇਲੈਕਟ੍ਰੀਸਿਟੀ ਦੇ ਕਾਫੀ ਜਿਹੜੇ ਨੇ ਪੋਟੈਂਸ਼ੀਅਲ ਹੈ, ਬਟ ਉੱਥੇ ਜਿਹੜੇ ਨੇ ਉਹਨਾਂ ਦੇ ਅਲੱਗ-ਅਲੱਗ ਰਿਵਰ ਦੇ ਉੱਪਰ 1270 ਦੇ ਕਰੀਬ ਜਿਹੜੇ ਡੈਮਜ਼ ਬਣਾਏ ਗਏ ਨੇ ਹੁਣ ਤੱਕ। ਤਾਂ ਇਹ ਤਾਂ ਸੀ ਜਾਣਕਾਰੀ ਅਫਰੀਕਾ ਦੇ ਬਾਰੇ, ਠੀਕ ਹੈ। ਅਗਲਾ ਬੜਾ ਇੰਪੋਰਟੈਂਟ ਆਪਣਾ ਕੰਟੀਨੈਂਟ ਹੈ, ਬੜਾ ਇੰਪੋਰਟੈਂਟ ਮਹਾਂਦੀਪ ਹੈ, ਇਸ ਨੂੰ ਕਹਿੰਦੇ ਨੇ ਯੂਰਪ ਮਹਾਂਦੀਪ, ਯੂਰਪ ਕੰਟੀਨੈਂਟ। ਤਾਂ ਯੂਰਪ ਕੰਟੀਨੈਂਟ ਦੇ ਬਾਰੇ ਸਭ ਤੋਂ ਪਹਿਲਾਂ ਯੂਰਪ ਅਤੇ ਏਸ਼ੀਆ ਦੇ ਬਾਰਡਰ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਤਾਂ ਯੂਰਪ ਅਤੇ ਅਫਰੀਕਾ ਦੇ ਬਾਰਡਰ ਦੇ ਬਾਰੇ ਤਾਂ ਆਪਾਂ ਜਾਣ ਲਿਆ ਕਿ ਜਿਹੜਾ ਹੈਗਾ ਗਿਬਰਾਲਟਰ ਸਟ੍ਰੇਟ ਹੈ ਇਹ ਅਲੱਗ ਕਰਦਾ ਹੈ ਯੂਰਪ ਅਤੇ ਅਫਰੀਕਾ ਨੂੰ। ਅਤੇ ਗਿਬਰਾਲਟਰ ਸਟ੍ਰੇਟ ਤੋਂ ਅੱਗੇ ਆ ਜਾਂਦਾ ਆਪਣਾ ਮੈਡੀਟੇਰੀਅਨ ਸੀ, ਠੀਕ ਹੈ, ਇਹ ਆ ਗਿਆ ਆਪਣਾ ਅੱਗੇ
ਮੈਡੀਟੇਰੀਅਨ ਸੀ ਇਹ ਸਾਰਾ, ਠੀਕ ਹੈ। ਇਹ ਬਾਉਂਡਰੀ ਬਣ ਰਹੀ ਆਪਣੀ ਅਫਰੀਕਾ ਅਤੇ ਯੂਰਪ ਦੇ ਵਿੱਚ। ਅਤੇ ਉਸ ਤੋਂ ਬਾਅਦ ਅੱਗੇ ਇੱਥੇ ਆ ਗਿਆ ਆਪਣਾ ਤੁਰਕੀ, ਇਹ ਆ ਗਿਆ ਗ੍ਰੀਸ, ਉੱਪਰ ਆ ਗਿਆ ਬੁਲਗਾਰੀਆ, ਠੀਕ ਹੈ, ਉੱਪਰ ਆ ਗਿਆ ਆਪਣਾ ਬੁਲਗਾਰੀਆ। ਅਤੇ ਇੱਥੇ ਜਿਹੜਾ ਹੈਗਾ ਆਪਣਾ ਆ ਜਾਂਦਾ ਐਗੀਅਨ ਸੀ, ਠੀਕ ਹੈ। ਇੱਥੇ ਆਪਣਾ ਆ ਗਿਆ ਐਗੀਅਨ ਸੀ, ਇਹਨੂੰ ਜੇ ਆਪਾਂ ਇੱਥੇ ਦੇਖੀਏ ਤਾਂ ਇੱਥੇ ਆਪਣਾ ਆ ਗਿਆ ਐਗੀਅਨ ਸੀ। ਐਗੀਅਨ ਸੀ ਅਤੇ ਮਰਮਾਰਾ ਸਟੀ, ਠੀਕ ਹੈ। ਐਗੀਅਨ ਸੀ ਅਤੇ ਮਰਮਾਰਾ ਸਟੀ ਨੂੰ ਆਪਸ ਦੇ ਵਿੱਚ ਡਾਰਡਨ ਸਟ੍ਰੇਟ ਕਨੈਕਟ ਕਰਦਾ, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਪੜ੍ਹਿਆ ਸੀ, ਠੀਕ ਹੈ। ਅਤੇ ਮਰਮਾਰਾ ਸਟੀ ਅਤੇ ਬੋਸਪੋਰਸ ਬਲੈਕ ਸੀ ਨੂੰ ਬੋਸਪੋਰਸ ਸਟ੍ਰੇਟ ਆਪਸ ਦੇ ਵਿੱਚ ਕਨੈਕਟ ਕਰਦੇ, ਠੀਕ ਹੈ। ਇੱਥੇ ਆ ਗਿਆ ਤੁਰਕੀ, ਇਹ ਆ ਗਿਆ ਆਪਣਾ ਤੁਰਕੀ, ਠੀਕ ਹੈ। ਇਹ ਆ ਗਿਆ ਆਪਣਾ ਯੂਰਪ, ਬੁਲਗਾਰੀਆ ਅਤੇ ਗ੍ਰੀਸ ਦਾ ਏਰੀਆ। ਅਤੇ ਇਹ ਜਿਹੜਾ ਬੋਸਪੋਰਸ ਸਟੀ ਹੈ ਇਹ ਸੈਪਰੇਟ ਕਰ ਰਿਹਾ, ਇੱਧਰ ਹੈਗਾ ਯੂਰਪ, ਇੱਧਰ ਹੈਗਾ ਤੁਰਕੀ। ਤਾਂ ਬੋਸਪੋਰਸ ਸਟ੍ਰੀਟ ਤੋਂ ਜਿਹੜਾ ਤਾਂ ਇੱਧਰ ਵਾਲਾ ਏਰੀਆ, ਠੀਕ ਹੈ, ਇਹਨੂੰ ਤਾਂ ਕਿਹਾ ਜਾਂਦਾ ਹੈ ਏਸ਼ੀਅਨ ਟਰਕੀ, ਠੀਕ ਹੈ। ਅਤੇ ਜਿਹੜਾ ਇਹ ਵਾਲਾ ਏਰੀਆ ਇਹ ਹੈਗਾ ਤਾਂ ਪਾਰਟ ਇਹ ਆਪਣਾ ਤੁਰਕੀ ਦਾ ਹੀ ਹੈ, ਬਟ ਇਸ ਨੂੰ ਕਿਹਾ ਜਾਂਦਾ ਯੂਰਪੀਅਨ ਪਾਰਟ ਆਫ ਤੁਰਕੀ। ਅਤੇ ਬੋਸਪੋਰਸ ਸਟੇਟ ਨੂੰ ਮੰਨਿਆ ਜਾਂਦਾ ਹੈ ਬਾਰਡਰ ਬਿਟਵੀਨ ਯੂਰਪ ਐਂਡ ਏਸ਼ੀਆ। ਅਤੇ ਉਸ ਤੋਂ ਬਾਅਦ ਅੱਗੇ ਆਪਣੇ ਬਲੈਕ ਸੀ ਦੇ ਨਾਲ ਅੱਗੇ ਕੰਟਰੀਜ਼ ਆ ਜਾਂਦੇ ਨੇ, ਬੁਲਗਾਰੀਆ, ਰੋਮੇਨੀਆ, ਯੂਕਰੇਨ, ਠੀਕ ਹੈ ਜੀ। ਅਤੇ ਬਲੈਕ ਸੀ ਦੇ ਨਾਲ ਉੱਪਰ ਆਪਣੇ ਦੇਖ ਲਿਆ ਕਿ ਕੰਟਰੀਜ਼ ਆ ਗਏ ਆਪਣਾ ਬੁਲਗਾਰੀਆ, ਰੋਮਾਨੀਆ, ਯੂਕਰੇਨ, ਠੀਕ ਹੈ, ਨੌਰਥ ਦੇ ਵਿੱਚ। ਅਤੇ ਨੀਚੇ ਤੁਰਕੀ ਆ ਗਿਆ, ਅਜ਼ਰਬੀਜੇਨ, ਠੀਕ ਹੈ। ਇੱਥੇ ਅਰਮਾਨੀਆ, ਜਾਰਜੀਆ ਤੋਂ ਨੀਚੇ ਇਹ ਜਿਹੜੇ ਤੁਰਕੀ, ਅਜ਼ਰਬੀਜੇਨ ਅਤੇ ਜਿਹੜਾ ਹੈਗਾ ਆਪਣਾ ਅਰਮਾਨੀਆ, ਇਹ ਹੈਗੇ ਨੇ ਕੰਟਰੀਜ਼ ਏਸ਼ੀਆ ਦੇ, ਠੀਕ ਹੈ। ਇਹ ਕੰਟਰੀਜ਼ ਹੈਗੇ ਨੇ ਏਸ਼ੀਅਨ। ਅਤੇ ਹੁਣ ਆ ਗਿਆ ਗੱਲ ਜਾਰਜੀਆ ਦੀ। ਹੁਣ ਇੱਥੇ ਆ ਗਿਆ ਜਿਹੜਾ ਜਾਰਜੀਆ ਕੰਟਰੀ, ਇਹਦੇ ਬਾਰੇ ਥੋੜ੍ਹੀ ਜਿਹੀ ਆਪਣਾ ਡਿਟੇਲ ਦੇ ਨਾਲ ਦੇਖ ਲਿਆ ਕਿ ਇੱਥੇ ਜਾਰਜੀਆ ਅਤੇ ਜਿਹੜਾ ਹੈਗਾ ਅਰਮੇਨੀਆ ਅਤੇ ਅਜ਼ਰਬੈਜਾਨ ਦੇ ਵਿੱਚ ਬਾਰਡਰ ਕਿੱਥੇ ਕੁ ਹੈ, ਜਿੱਥੋਂ ਆਪਾਂ ਕਹਿ ਸਕੀਏ ਕਿ ਇਸ ਦੇ ਉੱਪਰ ਇਹ ਯੂਰਪ ਹੈ ਅਤੇ ਇਹ ਨੀਚੇ ਏਸ਼ੀਆ। ਤਾਂ ਜਾਰਜੀਆ ਦਾ ਕੇਸ ਇਹ ਹੈ ਕਿ ਜਾਰਜੀਆ ਦੇ ਵਿੱਚ ਦੋ ਕੇਸ ਬਣਦੇ ਨੇ ਯੂਰਪ ਅਤੇ ਏਸ਼ੀਆ ਦੇ ਬਾਰਡਰ ਨੂੰ ਡਿਮਾਰਕੇਟ ਕਰਨ ਦੇ, ਠੀਕ ਹੈ। ਇੱਥੇ ਹੈਗੇ ਨੇ ਕਾਕੋਸੀਅਸ ਮਾਊਂਟੇਨ, ਠੀਕ ਹੈ, ਇਹ ਹੈਗੇ ਨੇ ਇੱਥੇ ਕਾਕੋਸੀਅਸ ਮਾਊਂਟੇਨ, ਠੀਕ ਹੈ। ਜੇ ਤਾਂ ਇਹਨਾਂ ਨੂੰ ਬਾਉਂਡਰੀ ਮੰਨ ਲਈਏ ਤਾਂ ਜਾਰਜੀਆ ਆ ਜਾਂਦਾ ਏਸ਼ੀਆ ਦੇ ਵਿੱਚ, ਠੀਕ ਹੈ। ਜੇ ਆਪਾਂ ਕਾਕੋਸੀਅਸ ਰੀਜਨ ਨੂੰ ਅਤੇ ਜਾਰਜੀਆ ਨੂੰ ਆਪਾਂ ਬਾਉਂਡਰੀ ਮੰਨ ਲਈਏ ਤਾਂ ਜਾਰਜੀਆ ਆ ਜਾਂਦਾ ਯੂਰਪ ਦੇ ਵਿੱਚ। ਅਤੇ ਇੱਥੇ ਦੇ ਜਿਹੜੇ ਲੋਕ ਨੇ ਇਹ ਵੀ ਕਹਿੰਦੇ ਨੇ ਕਿ ਅਸੀਂ ਯੂਰਪੀਅਨ, ਉਹ ਵੀ ਆਪਣੇ ਆਪ ਨੂੰ ਯੂਰਪੀਅਨ ਹੀ ਮੰਨਦੇ ਨੇ। ਤਾਂ ਕਰਕੇ ਜਿਹੜਾ ਜਾਰਜੀਆ ਇਹ ਯੂਰਪ ਦੇ ਵਿੱਚ ਆ ਜਾਂਦਾ ਹੈ ਅਤੇ ਜਿਹੜਾ ਆਪਣਾ ਅਜ਼ਰਬੈਜਾਨ ਅਤੇ ਅਰਮੇਨੀਆ ਇਹ ਆ ਜਾਂਦੇ ਨੇ ਏਸ਼ੀਆ ਦੇ ਵਿੱਚ। ਠੀਕ ਹੈ ਜੀ। ਅਤੇ ਜਾਰਜੀਆ ਨੂੰ ਆਪਾਂ ਬੇਸਿਕਲੀ ਕੰਸੀਡਰ ਕਰਦੇ ਹਾਂ ਯੂਰਪ ਦੇ ਵਿੱਚ। ਅਤੇ ਵੈਸੇ ਜੇ ਆਪਾਂ ਆਕਸਫੋਰਡ ਐਟਲਸ ਦੇ ਵਿੱਚ ਜਿਹੜਾ ਹੈਗਾ ਜਾਰਜੀਆ ਨੂੰ ਏਸ਼ੀਆ ਦੇ ਵਿੱਚ ਕੰਸੀਡਰ ਕੀਤਾ ਗਿਆ, ਠੀਕ ਹੈ। ਤਾਂ ਅਲੱਗ-ਅਲੱਗ ਐਟਲਸ ਨੇ ਆਪਣੀ ਜਿਹੜੀ ਅਲੱਗ-ਅਲੱਗ ਕ੍ਰਾਈਟੀਰੀਆ ਰੱਖ ਕੇ ਇਸ ਨੂੰ ਡਿਮਾਰਕੇਟ ਕੀਤਾ, ਤਾਂ ਇਹ ਥੋੜ੍ਹਾ ਕੰਟਰੋਵਰਸ਼ੀਅਲ ਹੈ। ਅਤੇ ਉਸ ਤੋਂ ਬਾਅਦ ਅੱਗੇ ਆ ਜਾਂਦੇ ਆਪਣਾ ਬਾਰਡਰ ਹੈ ਜਿਹੜਾ ਜਾਰਜੀਆ ਤੋਂ ਬਾਅਦ ਕੈਸਪੀਅਨ ਸੀ ਦੇ ਨਾਲ, ਠੀਕ ਹੈ। ਇਹ ਆ ਗਿਆ ਆਪਣਾ ਉਸ ਦੇ ਜਿਹੜਾ ਹੈਗਾ ਉੱਪਰ ਯੂਰਪ ਆ ਗਿਆ, ਜਿਹੜਾ ਰੈਡ ਲਾਈਨ ਤੁਸੀਂ ਦੇਖ ਲਓ ਇਹ ਯੂਰਪ ਹੈ, ਇਹ ਏਸ਼ੀਆ, ਠੀਕ ਹੈ। ਉਸ ਤੋਂ ਬਾਅਦ ਅੱਗੇ ਆਪਾਂ ਚੱਲੀਏ ਤਾਂ ਕੈਸਪੀਅਨ ਸੀ ਦੇ ਨਾਲ ਜਿਹੜਾ ਹੈਗਾ ਉੱਪਰ ਯੂਰਪ ਅਤੇ ਨੀਚੇ ਏਸ਼ੀਆ ਦਾ ਪਾਰਟ। ਉਸ ਤੋਂ ਬਾਅਦ ਯੂਰਾਲ ਰਿਵਰ ਹੈ ਉਹ ਡਿਮਾਰਕੇਟ ਕਰਦੀ ਹੈ। ਯੂਰਾਲ ਰਿਵਰ ਤੋਂ ਬਾਅਦ ਯੂਰਾਲ ਮਾਊਂਟੇਨਸ ਆ ਜਾਂਦੇ ਨੇ ਅਤੇ ਕਾਰਾਸੀ ਤੱਕ ਜਿਹੜੇ ਨੇ ਡਿਮਾਰਕੇਟ ਕਰਦੇ ਨੇ। ਅਤੇ ਇਸ ਦੇ ਈਸਟਰਨ ਸਾਈਡ ਜਿਹੜਾ ਆਪਣਾ ਏਸ਼ੀਆ ਰਹਿ ਜਾਂਦਾ ਅਤੇ ਵੈਸਟਰਨ ਸਾਈਡ ਯੂਰਪ ਰਹਿ ਜਾਂਦਾ। ਅਤੇ ਰਸ਼ੀਆ ਜਿਹੜਾ ਬਹੁਤ ਵੱਡਾ ਕੰਟਰੀ ਹੈ, ਇਹਦਾ 25% ਏਰੀਆ ਜਿਹੜਾ ਉਹ
ਯੂਰਪ ਦੇ ਵਿੱਚ ਆ ਜਾਂਦਾ ਅਤੇ 75% ਏਰੀਆ ਏਸ਼ੀਆ ਦੇ ਵਿੱਚ ਰਹਿ ਜਾਂਦਾ। ਅਤੇ ਵੈਸੇ ਯੂਰਪ ਰਸ਼ੀਆ ਦੀ ਜਿਹੜੀ ਹੈਗੀ ਆ ਜ਼ਿਆਦਾਤਰ ਪਾਪੂਲੇਸ਼ਨ ਹੈ ਜਿਹੜੀ ਉਹ ਯੂਰਪੀਅਨ ਪਾਰਟ ਆਫ ਰਸ਼ੀਆ ਦੇ ਵਿੱਚ ਹੀ ਲੋਕੇਟਡ ਹੈ। ਹਾਂਜੀ, ਹੁਣ ਬਾਰਡਰ ਕੇਸ ਤਾਂ ਕਲੀਅਰ ਹੋ ਗਿਆ ਹੁਣ ਯੂਰਪ ਅਤੇ ਏਸ਼ੀਆ ਦਾ। ਅੱਗੇ ਚੱਲਦੇ ਹਾਂ, ਜਾਣਦੇ ਹਾਂ ਯੂਰਪ ਕੰਟੀਨੈਂਟ ਦੇ ਬਾਰੇ। ਯੂਰਪ ਕੰਟੀਨੈਂਟ ਲਈ ਸਾਈਜ਼ ਦੇ ਵਿੱਚ ਸੰਸਾਰ ਦਾ ਦੂਸਰਾ ਸਭ ਤੋਂ ਛੋਟਾ ਮਹਾਂਦੀਪ ਹੈ ਅਤੇ ਪਾਪੂਲੇਸ਼ਨ ਵਾਈਜ਼ ਤੀਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਅਤੇ ਗ੍ਰੀਨਲੈਂਡ ਆਈਲੈਂਡ ਸੰਸਾਰ ਦਾ ਅਤੇ ਯੂਰਪ ਦਾ ਸਭ ਤੋਂ ਵੱਡਾ ਆਈਲੈਂਡ ਹੈ। ਅਤੇ ਯੂਰਪ ਮਹਾਂਦੀਪ ਜਿਹੜਾ ਆਪਾਂ ਜਿਵੇਂ ਦੇਖਿਆ ਸੀ ਕਿ ਸਾਊਥ ਦੇ ਵਿੱਚ ਤਾਂ ਮੈਡੀਟੇਰੀਅਨ ਸੀ ਦੇ ਨਾਲ, ਨਾਰਥ ਦੇ ਵਿੱਚ ਆਰਕਟਿਕ ਸੀ ਦੇ ਨਾਲ, ਠੀਕ ਹੈ। ਸਾਊਥ ਦੇ ਵਿੱਚ ਮੈਡੀਟੇਰੀਅਨ ਸੀ ਦੇ ਨਾਲ ਅਤੇ ਨਾਰਥ ਦੇ ਵਿੱਚ ਆਰਕਟਿਕ ਸੀ ਦੇ ਨਾਲ ਘਿਰਿਆ ਹੋਇਆ, ਠੀਕ ਹੈ। ਅਤੇ ਇਸ ਦੇ ਜਿਹੜਾ ਹੈਗਾ ਵੈਸਟ ਦੇ ਵਿੱਚ ਅਟਲਾਂਟਿਕ ਓਸ਼ਨ ਆ ਜਾਂਦਾ ਹੈ। ਅਤੇ ਹੁਣ ਇਹਦੀਆਂ ਇੰਪੋਰਟੈਂਟ ਜਿਹੜੀਆਂ ਕੰਟਰੀਜ਼ ਨੇ, ਇੱਕ ਇਹਦੇ ਵਿੱਚ ਬੜੀਆਂ ਇੰਪੋਰਟੈਂਟ ਨੇ ਸਕੈਂਡੇਵੀਅਨ ਕੰਟਰੀਜ਼, ਠੀਕ ਹੈ। ਨਾਰਵੇ, ਸਵੀਡਨ ਅਤੇ ਡੈਨਮਾਰਕ, ਠੀਕ ਹੈ। ਨਾਰਵੇ, ਸਵੀਡਨ ਅਤੇ ਡੈਨਮਾਰਕ ਇਹ ਹੈਗੇ ਨੇ ਸਕੈਂਡੇਵੀਅਨ ਕੰਟਰੀਜ਼, ਠੀਕ ਹੈ। ਇਹਨਾਂ ਨੂੰ ਕਿਹਾ ਜਾਂਦਾ ਹੈ ਸਕੈਂਡੇਵੀਅਨ ਕੰਟਰੀਜ਼। ਹੁਣ ਇੱਕ ਹੋਰ ਇੱਥੇ ਕੰਸੈਪਟ ਹੈ ਨੋਰਡਿਕ ਕੰਟਰੀਜ਼। ਨੋਰਡਿਕ ਕੰਟਰੀਜ਼ ਦੇ ਵਿੱਚ ਜੇ ਆਪਾਂ ਨਾਰਵੇ, ਸਵੀਡਨ ਅਤੇ ਡੈਨਮਾਰਕ ਦੇ ਵਿੱਚ ਪਲੱਸ ਕਰ ਦਈਏ ਫਿਨਲੈਂਡ, ਪਲੱਸ ਕਰ ਦਈਏ ਆਈਸਲੈਂਡ ਅਤੇ ਐਸੋਸੀਏਟਡ ਟੈਰੀਟਰੀ ਆਪਣੀ ਗ੍ਰੀਨਲੈਂਡ ਦੀ, ਠੀਕ ਹੈ, 4 ਆਈਲੈਂਡਸ, ਠੀਕ ਹੈ। ਤਾਂ ਇਹ ਸਾਰਾ ਏਰੀਆ ਇਸ ਨੂੰ ਕਿਹਾ ਜਾਂਦਾ ਨੋਰਡਿਕ ਕੰਟਰੀਜ਼। ਇਹਨਾਂ ਨੂੰ ਸਾਰਿਆਂ ਨੂੰ ਕਿਹਾ ਜਾਂਦਾ ਨੋਰਡਿਕ ਕੰਟਰੀਜ਼। ਅਤੇ ਅਗਲੀ ਇੰਪੋਰਟੈਂਟ ਹੈਗੀਆਂ ਨੇ ਬਾਲਟਿਕ ਕੰਟਰੀਜ਼। ਇਹ ਵੀ ਯੂਰਪ ਦੇ ਵਿੱਚ ਬੜੀਆਂ ਇੰਪੋਰਟੈਂਟ ਨੇ। ਇਹ ਹੈਗੇ ਇਸਤੋਨੀਆ, ਲੈਟਵੀਆ ਅਤੇ ਲੁਟਾਨੀਆ। ਇਹ ਹੈਗੀਆਂ ਨੇ ਬਾਲਟਿਕ ਕੰਟਰੀਜ਼, ਠੀਕ ਹੈ। ਇਸਟੋਨੀਆ, ਲੈਟਵੀਆ ਜਿਹੜੀ ਕੰਟਰੀ ਹੈ ਇਹਦਾ ਜਿਹੜਾ ਆਫੀਸ਼ੀਅਲ ਪਰਫਿਊਮ ਵੀ ਹੈ, ਬੜੇ ਮੀਨਜ਼ ਇੱਕ ਫੈਕਟ ਹੈ ਉਹਦੇ ਬਾਰੇ, ਲੈਟਵੀਆ ਦੇ ਬਾਰੇ, ਠੀਕ ਹੈ। ਤਾਂ ਇਹ ਹੈਗੇ ਨੇ ਬਾਲਟਿਕ ਕੰਟਰੀਜ਼। ਅਤੇ ਉਸ ਤੋਂ ਬਾਅਦ ਤੁਸੀਂ ਇੱਧਰ ਸੱਜੇ ਪਾਸੇ ਦੇਖ ਰਹੇ ਹੋ, ਇਹ ਹੈਗੀਆਂ ਨੇ ਬਲਕਾਨ ਕੰਟਰੀਜ਼। ਬਲਕਾਨ ਕੰਟਰੀਜ਼ ਦਾ ਬੇਸਿਸ ਇਹੀ ਹੈ ਕਿ ਇਹ ਜਿਹੜੀਆਂ ਨੇ ਬਲਕਾਨ ਇੱਕ ਜਿਹੜਾ ਰੀਜਨ ਹੈ ਉਸ ਦੇ ਉੱਪਰ ਫੈਲੀਆਂ ਹੋਈਆਂ ਨੇ। ਇਸ ਦੇ ਵਿੱਚ ਜਿਹੜੀਆਂ ਨੇ ਆਪਣੀਆਂ ਕੰਟਰੀਜ਼ ਅਲਬਾਨੀਆ, ਵਾਸਨੀਆ, ਹਰਜ਼ਗੋਵੀਨਾ, ਬੁਲਗਾਰੀਆ, ਕ੍ਰੋਏਸ਼ੀਆ, ਕੋਸੋਵੋ, ਠੀਕ ਹੈ, ਮੋਂਟੇਨੇਗਰੋ, ਰੋਮਾਨੀਆ, ਸਾਈਬੇਰੀਆ, ਸਲੋਵੇਨੀਆ, ਇਹ ਸਾਰੇ ਰੀਜਨ ਆ ਜਾਂਦੇ ਨੇ ਇਹ ਜਿਹੜੇ ਬਲਕਾਨ ਮਾਊਂਟੇਨਸ ਤੋਂ, ਠੀਕ ਹੈ। ਉਸ ਦੇ ਏਰੀਆ ਦੇ ਵਿੱਚ ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਨੇ। ਅਤੇ ਉਸ ਤੋਂ ਬਾਅਦ ਇੱਕ ਹੋਰ ਬੜਾ ਇੰਪੋਰਟੈਂਟ ਕੰਸੈਪਟ ਸਮਝਣ ਵਾਲਾ ਯੂਰਪ ਦੇ ਕੇਸ ਦੇ ਵਿੱਚ ਕਿ UK ਕੀ ਹੈ, ਇੰਗਲੈਂਡ ਕੀ ਹੈ, UK ਕੀ ਹੈ, ਠੀਕ ਹੈ, ਅਤੇ ਇੰਗਲੈਂਡ ਕੀ ਹੈ, ਅਤੇ ਗ੍ਰੇਟ ਬ੍ਰਿਟੇਨ ਕੀ ਹੈ। ਤਾਂ ਇੱਥੇ ਜਿਹੜਾ ਇਹ ਵਾਲਾ ਏਰੀਆ ਯੂਰਪ ਦਾ, ਠੀਕ ਹੈ, UK ਕੀ ਹੈ, ਇੰਗਲੈਂਡ ਕੀ ਹੈ ਅਤੇ ਗ੍ਰੇਟ ਬ੍ਰਿਟੇਨ ਕੀ ਹੈ। ਜੇ ਤਾਂ ਆਪਾਂ ਇੱਥੇ ਵੇਲਜ਼, ਠੀਕ ਹੈ, ਇੰਗਲੈਂਡ ਅਤੇ ਸਕਾਟਲੈਂਡ ਨੂੰ ਇਕੱਠੇ ਜੇ ਕਹੀਏ ਤਾਂ ਉਹਨੂੰ ਤਾਂ ਕਿਹਾ ਜਾਂਦਾ ਗ੍ਰੇਟ ਬ੍ਰਿਟੇਨ। ਆ ਜਿਹੜਾ ਯੈਲੋ ਜਾਂ ਜਿਹੜਾ ਜਿੱਥੇ ਸਰਕਲ ਡਰੋ ਕੀਤਾ ਹੋਇਆ, ਠੀਕ ਹੈ। ਅਤੇ ਜੇ ਆਪਾਂ ਇਸ ਦੇ ਵਿੱਚ ਪਲੱਸ ਕਰ ਦਈਏ ਰਿਪਬਲਿਕ ਆਫ ਆਇਰਲੈਂਡ ਅਤੇ ਨਾਰਥ ਆਇਰਲੈਂਡ, ਠੀਕ ਹੈ, ਆ ਜਿਹੜਾ ਯੈਲੋ ਪੋਰਸ਼ਨ ਆ ਰੈੱਡ ਜਿਹਾ ਸਰਕਲ ਜਿਸ ਨੂੰ ਪ੍ਰਿਟੈਂਡ ਕਰ ਰਿਹਾ, ਤਾਂ ਇਸ ਨੂੰ ਕਿਹਾ ਜਾਂਦਾ ਯੂਨਾਈਟਡ ਕਿੰਗਡਮ। ਤਾਂ ਇਸ ਨੂੰ ਕਿਹਾ ਜਾਂਦਾ ਯੂਨਾਈਟਡ ਕਿੰਗਡਮ। ਅਤੇ ਇੰਗਲੈਂਡ ਜਿਹੜਾ ਹੈਗਾ ਇੱਕ ਸਿਰਫ ਉਹਦੇ ਵਿੱਚ ਇੱਕ ਕੰਟਰੀ ਹੈ। ਕਿਸ ਦੇ ਵਿੱਚ ਇੱਕ ਕੰਟਰੀ ਹੈ? ਗ੍ਰੇਟ ਬ੍ਰਿਟੇਨ ਦੇ ਵਿੱਚ, ਠੀਕ ਹੈ। ਅਤੇ ਇਹਨਾਂ ਨੂੰ ਸਾਰਿਆਂ ਨੂੰ ਕੰਪਰੀਹੈਂਸਿਵਲੀ ਸਾਰੀ ਚੀਜ਼ਾਂ ਨੂੰ ਕਿਹਾ ਜਾਂਦਾ ਆਇਰਲੈਂਡ ਵੀ ਜਿਹਨੂੰ ਕੰਸੀਡਰ ਕਰਦੇ ਬ੍ਰਿਟਿਸ਼ ਆਈਲੈਂਡਸ। ਤਾਂ ਫਿਨਲੈਂਡ ਜਿਹੜਾ ਹੈਗਾ ਗ੍ਰੇਟ ਬ੍ਰਿਟੇਨ ਦੇ ਵਿੱਚ, ਫਿਨਲੈਂਡ ਜਿੱਥੇ ਹੁਣ ਤੁਸੀਂ ਆ ਰੈੱਡ ਡੋਟ ਦੇਖ ਰਹੇ ਹੋ, ਫਿਨਲੈਂਡ ਜਿਹੜਾ ਹੈਗਾ ਇਸ ਨੂੰ ਲੇਕ ਆਫ 1000 ਲੇਕਸ ਕਿਹਾ ਜਾਂਦਾ ਹੈ, ਲੈਂਡ ਆਫ 1000 ਲੇਕਸ ਕਿਹਾ ਜਾਂਦਾ ਫਿਨਲੈਂਡ ਨੂੰ। ਡੈਨਮਾਰਕ ਸੰਸਾਰ ਦਾ ਅਜਿਹਾ ਦੇਸ਼ ਹੈ, ਠੀਕ ਹੈ, ਡੈਨਮਾਰਕ ਸੰਸਾਰ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਦਾ ਝੰਡਾ ਸਭ ਤੋਂ ਪੁਰਾਣਾ ਹੈ। ਆਈਸਲੈਂਡ ਸੰਸਾਰ ਦਾ ਜਿਹੜਾ ਹੈਗਾ ਸਭ ਤੋਂ ਹੈਪੀਐਸਟ ਕੰਟਰੀ ਹੈ। ਸਵੀਡਨ ਬੈਸਟ ਰਿਸਾਈਕਲਰ ਟੈਕਨੋਲੋਜੀ ਹੈ, ਵੇਸਟ ਨੂੰ ਰਿਸਾਈਕਲ ਕਰਦੇ ਨੇ ਇਹ, ਠੀਕ ਹੈ। ਗ੍ਰੀਨਲੈਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਨੇ ਮਿਨਰਲ ਅਤੇ ਰੇਅਰ ਮਿਨਰਲਸ ਮਿਲਦੇ ਨੇ, ਉਹ ਵੀ ਇਸ ਦੇ ਵਿੱਚ ਆ ਜਾਂਦੇ।
ਤੇ ਜਰਮਨੀ ਦੇ ਵਿੱਚ ਜਿਹੜਾ ਬਿਗੇਸਟ ਰੀਨਿਊਬਲ એનર્ਜੀ ਪ੍ਰੋਡਿਊਸਰ ਕੰਟਰੀ ਹੈ, ਤੇ ਇੰਡਸਟਰੀਅਲੀ ਵੀ ਜਿਹੜਾ ਬੜਾ ਐਡਵਾਂਸ ਕੰਟਰੀ ਹੈ, ਤੇ ਉੱਥੇ ਦੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਵੈਸੇ ਤਾਂ ਯੂਰਪੀਅਨ ਸਾਰੀਆਂ ਕੰਟਰੀਆਂ ਦਾ ਹੀ ਬੜਾ ਉੱਚਾ ਹੈ। ਹਾਂਜੀ, ਅੱਗੇ ਆ ਜਾਂਦਾ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਏਸ਼ੀਆ ਮਹਾਂਦੀਪ। ਏਸ਼ੀਆ ਮਹਾਂਦੀਪ ਬਹੁਤ ਵੱਡਾ ਹੋਣ ਕਰਕੇ ਇਸ ਦੀ ਜਿਹੜੇ ਕੰਟਰੀ ਜਿਹਨਾਂ ਨੂੰ ਆਪਾਂ ਹਿੱਸਿਆਂ ਦੇ ਵਿੱਚ ਵੰਡ ਕੇ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਸੈਂਟਰਲ ਏਸ਼ੀਅਨ ਕੰਟਰੀਜ਼। ਤਾਂ ਸੈਂਟਰਲ ਏਸ਼ੀਅਨ ਕੰਟਰੀ ਦੇ ਵਿੱਚ 5 ਦੇਸ਼ ਆਉਂਦੇ ਨੇ: ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਿਰਗਿਜ਼ਸਤਾਨ ਅਤੇ ਤਜਾਕਿਸਤਾਨ। ਠੀਕ ਹੈ, ਤਾਂ ਉਜ਼ਬੇਕਿਸਤਾਨ ਨੂੰ ਡਬਲੀ ਲੈਂਡਲੌਕਡ ਕੰਟਰੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਸ ਦੇ ਇੱਕ ਪਾਸੇ ਕਜ਼ਾਕਿਸਤਾਨ ਆ ਜਾਂਦਾ, ਇੱਕ ਪਾਸੇ ਤੁਰਕਮੇਨਿਸਤਾਨ ਆ ਜਾਂਦਾ। ਠੀਕ ਹੈ, ਅਤੇ ਡਬਲੀ ਲੈਂਡਲੌਕਡ ਕੰਟਰੀ ਹੈ। ਅਤੇ ਉਸ ਤੋਂ ਬਾਅਦ ਜਿਹੜੇ ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਨੇ ਇਹ ਮੇਜਰ ਆਇਲ ਐਕਸਪੋਰਟਰਸ ਨੇ। ਠੀਕ ਹੈ, ਅਤੇ ਤੁਰਕਮੇਨਿਸਤਾਨ ਦਾ ਜਿਹੜਾ ਆਪਣਾ ਰਿਲੇਸ਼ਨ ਹੈ, ਸੰਬੰਧ, ਉਹ ਪੰਜਾਬ ਨਾਲ ਵੀ ਇੱਕ ਤਰੀਕੇ ਨਾਲ। ਠੀਕ ਹੈ, ਉਹ ਕਿਸ ਤਰ੍ਹਾਂ ਹੈ, ਕਿਉਂਕਿ ਤੁਰਕਮੇਨਿਸਤਾਨ ਦੇ ਵਿੱਚ ਹੈਗੇ ਨੇ ਗਲਕਨੇਸ਼ ਗੈਸ ਫੀਲਡ ਨੇ ਤੁਰਕਮੇਨਿਸਤਾਨ ਦੇ ਵਿੱਚ। ਠੀਕ ਹੈ, ਅਤੇ ਗਲਕਨੇਸ਼ ਗੈਸ ਫੀਲਡ ਦੇ ਵਿੱਚੋਂ ਤੁਰਕਮੇਨਿਸਤਾਨ ਤੋਂ ਇੰਡੀਆ ਤੱਕ ਇੱਕ ਪਾਈਪਲਾਈਨ ਪੈ ਰਹੀ ਹੈ, ਅਤੇ ਉਹ ਪਾਈਪਲਾਈਨ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਨਿਕਲੂਗੀ। ਠੀਕ ਹੈ, ਤਾਂ ਇਸ ਪਾਈਪਲਾਈਨ ਨੂੰ ਜਿਹੜਾ ਹੈਗਾ ਤਾਪੀ ਪਾਈਪਲਾਈਨ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਇਹ ਜਿਹੜੇ ਇੰਪੋਰਟੈਂਟ ਕੰਟਰੀਜ਼ ਨੇ ਸੈਂਟਰਲ ਏਸ਼ੀਆ ਦੇ। ਅਤੇ ਸੈਂਟਰਲ ਏਸ਼ੀਆ ਤੋਂ ਬਾਅਦ ਵੈਸਟਰਨ ਏਸ਼ੀਅਨ ਕੰਟਰੀਜ਼ ਆ ਜਾਂਦੇ ਨੇ। ਵੈਸਟਰਨ ਏਸ਼ੀਅਨ ਕੰਟਰੀ ਦੇ ਵਿੱਚ ਜਿਹੜਾ ਆ ਜਾਂਦਾ ਆਪਣਾ ਅਰਮੇਨੀਆ, ਅਜ਼ਰਬੈਜਾਨ, ਬਹਿਰੀਨ, ਸਿਪਰਸ, ਗਾਜ਼ਾ ਸਟ੍ਰਿਪ, ਈਰਾਨ, ਇਰਾਕ, ਇਜ਼ਰਾइल, ਜਾਰਡਨ, ਕੁਵੈਤ, ਲੈਬਨਾਨ, ਓਮਾਨ, ਕਤਰ, ਸਾਊਦੀ ਅਰੇਬੀਆ, ਸੀਰੀਆ, ਤੁਰਕੀ, UAE ਅਤੇ ਯਮਨ। ਅਤੇ ਸਾਊਦੀ ਅਰੇਬੀਆ ਜਿਹੜਾ ਹੈਗਾ ਆਪਣਾ ਵੈਸਟਰਨ ਕੰਟਰੀ ਦੇ ਵਿੱਚ ਇੱਕ ਕੰਟਰੀ ਹੈ ਜਿਸ ਦੇ ਵਿੱਚ ਕੋਈ ਵੀ ਜਿਹੜੀ ਰਿਵਰ ਨਹੀਂ ਹੈਗੀ। ਠੀਕ ਹੈ, ਅਤੇ ਇੱਥੇ ਜਿਹੜਾ ਹੈਗਾ ਵੈਸਟਰਨ ਏਸ਼ੀਆ ਦੇ ਵਿੱਚ 2 ਇੰਪੋਰਟੈਂਟ ਰਿਵਰਸ ਨੇ, ਇੱਕ ਹੈਗੇ ਟਿਗਰਸ ਇਪਰੇਟਸ ਅਤੇ ਥਰਡ ਹੈਗੀ ਹੈ ਆਪਣੀ ਜਾਰਡਨ ਰਿਵਰ। ਅਤੇ ਟਿਗਰਸ ਅਤੇ ਇਪਰੇਟਸ ਰਿਵਰ ਦੇ ਵਿਚਕਾਰ ਬੜੀ ਫੇਮਸ ਸਿਵਲਾਈਜੇਸ਼ਨ ਸੀ, ਮੈਸੋਪੋਟਾਮੀਆ ਸਿਵਲਾਈਜੇਸ਼ਨ। ਉਸਨੇ ਜਿਹੜਾ ਉਹ ਆਪਣੇ ਹਿਸਟਰੀ ਦੇ ਵਿੱਚ ਉਹ ਜਿਹੜੀ ਵਿਕਸਿਤ ਹੋਈ ਸੀ। ਠੀਕ ਹੈ, ਅਤੇ ਡੈਡ ਸੀ ਜਿਹੜਾ ਹੈਗਾ ਵਾਟਰ ਬਾਡੀ ਹੈ ਬੜੀ ਇੰਪੋਰਟੈਂਟ ਵੈਸਟਰਨ ਏਸ਼ੀਆ ਦੇ ਵਿੱਚ। ਅਤੇ ਸਭ ਤੋਂ ਜ਼ਿਆਦਾ ਜਿਹੜੀ ਖਾਰੀ ਵਾਟਰ ਬਾਡੀ ਹੈ, ਅਤੇ ਇਸ ਦੇ ਵਿੱਚ ਤੁਸੀਂ ਕਿ ਇੰਨੀ ਕੁ ਖਾਰੀ ਹੈ, ਇੰਨੀ ਕੁ ਜ਼ਿਆਦਾ ਡੈਂਸਿਟੀ ਹੈ ਕਿ ਇਸ ਦੇ ਵਿੱਚ ਬੰਦਾ ਡੁੱਬਦਾ ਹੀ ਨਹੀਂ, ਉੱਪਰ ਹੀ ਤੈਰਦੀ ਹੈ ਹਰ ਚੀਜ਼। ਠੀਕ ਹੈ, ਅਤੇ ਇਹ ਸਮੁੰਦਰ ਤਲ ਤੋਂ ਵੀ ਬਹੁਤ ਨੀਵੀਂ ਆ, 423 ਮੀਟਰ ਜਿਹੜੀ ਲਗਭਗ ਇਹ ਸਮੁੰਦਰ ਤਲ ਤੋਂ ਨੀਵੀਂ ਹੈ। ਅਤੇ ਪਰਸ਼ੀਅਨ ਗੁਲਫ ਆ ਜਾਂਦੀ ਹੈ ਇਸ ਦੇ ਵਿੱਚ। ਠੀਕ ਹੈ, ਜਿਹੜੇ ਆਪਾਂ ਨੇ ਇੰਪੋਰਟੈਂਟ ਸਟੇਟ ਜਿਹੜੀ ਗੱਲ ਕੀਤੀ ਸੀ, ਪਰਸ਼ੀਅਨ ਗੁਲਫ ਦੇ ਨਾਰਥ ਦੇ ਵਿੱਚ ਆ ਜਾਂਦੇ ਨੇ ਆਪਣੇ ਈਰਾਨ। ਠੀਕ ਹੈ, ਅਤੇ ਸਾਊਥ ਦੇ ਵਿੱਚ ਆ ਜਾਂਦੇ ਨੇ ਆਪਣੇ ਇਰਾਕ, ਕੁਵੈਤ, ਬਹਿਰੀਨ ਅਤੇ ਕਤਰ। ਠੀਕ ਹੈ, ਅਤੇ ਪਰਸ਼ੀਅਨ ਗੁਲਫ ਨੂੰ ਜਿਹੜਾ ਹੈਗਾ ਸਟੇਟ ਹਾਰਮੁਜ਼ ਜਿਹਦੇ ਬਾਰੇ ਆਪਾਂ ਪਹਿਲਾਂ ਪੜ੍ਹਿਆ ਸੀ ਉਸਨੂੰ ਓਮਾਨ ਦੇ ਨਾਲ ਜੋੜਦਾ ਹੈ। ਠੀਕ ਹੈ, ਅਤੇ ਇਹ ਜਿਹੜਾ ਵੈਸਟਰਨ ਆਪਣਾ ਏਸ਼ੀਆ, ਇਸ ਦੇ ਨੀਚੇ ਰੈੱਡ ਸੀ ਅਤੇ ਗਲਫ ਆਫ ਐਡਨ ਹੈ। ਠੀਕ ਹੈ, ਜਿਹੜੀ ਇਸ ਨੂੰ ਸੈਪਰੇਟ ਕਰਦੀ ਹੈ ਯੂਰਪ ਦੇ ਨਾਲੋਂ। ਠੀਕ ਹੈ, ਉਸ ਤੋਂ ਬਾਅਦ ਆਪਣਾ ਆ ਗਿਆ ਜੀ ਅੱਗੇ ਸਦਰਨ ਏਸ਼ੀਅਨ। ਸਾਊਥ ਏਸ਼ੀਅਨ ਕੰਟਰੀਜ਼ ਦੇ ਵਿੱਚ ਮਿਆਂਮਾਰ, ਥਾਈਲੈਂਡ, ਲਾਓਸ, ਅੱਗੇ ਸਾਊਥ ਏਸ਼ੀਅਨ ਕੰਟਰੀਜ਼ ਇਹ ਆ ਗਏ ਜੀ ਅੱਗੇ। ਠੀਕ ਹੈ, ਸਾਊਥ ਏਸ਼ੀਅਨ ਕੰਟਰੀ ਦੇ ਵਿੱਚ ਮਿਆਂਮਾਰ, ਥਾਈਲੈਂਡ, ਲਾਓਸ, ਮਲੇਸ਼ੀਆ ਜਿਹੜਾ ਹੈਗਾ, ਕੰਬੋਡੀਆ, ਇੰਡੋਨੇਸ਼ੀਆ, ਫਿਲਿਪਸ, ਲਾਓਸ ਅਤੇ ਵੀਅਤਨਾਮ। ਠੀਕ ਹੈ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਨੇ। ਇੰਡੋਨੇਸ਼ੀਆ ਜਿਹੜਾ ਹੈਗਾ ਸਭ ਤੋਂ ਜਿਹੜੀ ਸੈਕਿੰਡ ਲਾਰਜੈਸਟ ਕੋਸਟ ਲਾਈਨ ਹੈ ਇੰਡੋਨੇਸ਼ੀਆ ਦੀ। ਠੀਕ ਹੈ, ਅਤੇ ਇਹ ਇੰਪੋਰਟੈਂਟ ਜਿਹੜੀਆਂ ਕੰਟਰੀਜ਼ ਨੇ ਸਾਊਥ ਏਸ਼ੀਆ ਦੀਆਂ। ਠੀਕ ਹੈ, ਉਸ ਤੋਂ ਬਾਅਦ ਈਸਟ ਏਸ਼ੀਆ ਦੇ ਵਿੱਚ ਚਾਈਨਾ, ਮੰਗੋਲੀਆ, ਰਸ਼ੀਆ, ਜਾਪਾਨ, ਇਹ ਇੰਪੋਰਟੈਂਟ ਕੰਟਰੀਜ਼ ਆ ਜਾਂਦੇ ਨੇ। ਜਾਪਾਨ ਜਿਹੜਾ ਹੈਗਾ ਆਈਲੈਂਡ ਨੇਸ਼ਨ ਹੈ। ਠੀਕ ਹੈ, 3 ਇੰਪੋਰਟੈਂਟ ਆਈਲੈਂਡ ਨੇ, ਉਹਨਾਂ ਦੇ ਉੱਪਰ ਇਹ ਜਿਹੜਾ ਸਪਰੈਡਡ ਹੈ। ਠੀਕ ਹੈ, ਫੈਲਿਆ ਹੋਇਆ। ਅਤੇ ਚਾਈਨਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜਿਸ ਦੀ
ਪਾਪੂਲੇਸ਼ਨ ਹੈ ਸੰਸਾਰ ਦੇ ਵਿੱਚ, ਠੀਕ ਹੈ। ਅਤੇ ਇਸਨੇ ਰੀਸੈਂਟਲੀ ਬੜਾ ਨਿਊਜ਼ ਦੇ ਵਿੱਚ ਵੀ ਰਿਹਾ ਇਹ ਜਿਹੜਾ ਕਰੋਨਾ ਵਾਇਰਸ ਦੇ ਕਾਰਨ, ਠੀਕ ਹੈ। ਮੰਗੋਲੀਆ ਇੱਕ ਲੈਂਡਲੌਕ ਕੰਟਰੀ ਹੈ ਅਤੇ ਰਸ਼ੀਆ ਸੰਸਾਰ ਦਾ ਜਿਹੜਾ ਸਭ ਤੋਂ ਵੱਡਾ ਦੇਸ਼ ਹੈ। ਅਤੇ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਆਪਣੀਆਂ ਸਾਊਥ ਏਸ਼ੀਅਨ ਕੰਟਰੀਜ਼, ਇਹਦੇ ਵਿੱਚ ਇੰਡੀਆ, ਨੇਪਾਲ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਸ਼੍ਰੀਲੰਕਾ, ਇਹ ਸਾਰੇ ਕੰਟਰੀਜ਼ ਆ ਜਾਂਦੇ। ਅਤੇ ਇੰਡੀਆ ਜਿਹੜਾ ਸੰਸਾਰ ਦਾ ਦੂਸਰਾ ਮੋਸਟ ਪਾਪੂਲੇਟਡ ਕੰਟਰੀ ਆ। ਪਾਕਿਸਤਾਨ ਨੂੰ ਜਿਹੜਾ ਹੈਗਾ ਲੈਂਡ ਆਫ ਕੈਨਲਸ ਕਿਹਾ ਜਾਂਦਾ, ਠੀਕ ਹੈ। ਤਾਂ ਇਹ ਜਿਹੜੇ ਇੰਪੋਰਟੈਂਟ ਨੇ। ਅਤੇ ਜਿਹੜਾ ਸ਼੍ਰੀਲੰਕਾ ਹੈ, ਠੀਕ ਹੈ, ਇਹ ਆਈਲੈਂਡ ਕੰਟਰੀ ਹੈ ਵੀ, ਠੀਕ ਹੈ। ਤਾਂ ਇਹ ਜਿਹੜੇ ਨੇ ਆਪਣੀਆਂ ਸਾਊਥ ਏਸ਼ੀਅਨ ਕੰਟਰੀਜ਼ ਆ ਗਈਆਂ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਅੱਗੇ ਆ ਗਿਆ ਜੀ ਆਪਣਾ ਨੈਕਸਟ ਕੰਟੀਨੈਂਟ ਆ ਗਿਆ ਆਸਟ੍ਰੇਲੀਆ। ਆਸਟ੍ਰੇਲੀਆ ਨੂੰ ਅਨਨੋਨ ਕੰਟੀਨੈਂਟ ਵੀ ਕਿਹਾ ਜਾਂਦਾ ਹੈ, ਠੀਕ ਹੈ। ਗ੍ਰੇਟ ਬੈਰੀਅਰ ਰੀਫ, ਲਾਰਜੈਸਟ ਇਕੋਸਿਸਟਮ ਆਫ ਦੀ ਵਰਲਡ, ਉਹ ਇੱਥੇ ਮਿਲਦਾ ਹੈ, ਠੀਕ ਹੈ, ਉਹਦੇ ਲਈ ਫੇਮਸ ਹੈ। ਅਤੇ ਆਪਣੀ ਜਿਹੜੀ ਹੈਗੀ ਆ ਸਰਦਰਨ ਹੈਮੀਸਫੀਅਰ ਦੇ ਵਿੱਚ ਹੈ। ਅਤੇ ਟ੍ਰੋਪਿਕ ਆਫ ਕੈਪਰੀਕਰਨ ਇਸ ਦੇ ਸੈਂਟਰ ਦੇ ਵਿੱਚੋਂ ਲੰਘਦੇ, ਅਤੇ ਇੰਡੀਅਨ ਓਸ਼ਨ ਅਤੇ ਪੈਸੀਫਿਕ ਇੰਡੀਅਨ ਓਸ਼ਨ ਇਸ ਨੂੰ ਜਿਹੜਾ ਹੈਗਾ ਨੌਰਥ ਦੇ ਵਿੱਚ, ਅਤੇ ਪੈਸੀਫਿਕ ਓਸ਼ਨ ਈਸਟ ਦੇ ਵਿੱਚ, ਠੀਕ ਹੈ, ਉਹ ਲੱਗਦੇ ਨੇ ਇਸ ਦੇ ਨਾਲ। ਅਤੇ 4th ਲਾਰਜੈਸਟ ਕੋਲ ਪ੍ਰੋਡਿਊਸਿੰਗ ਕੰਟਰੀ ਹੈ। ਅਤੇ ਲਾਰਜੈਸਟ ਆਇਰਨ ਓਰ ਰਿਜ਼ਰਵ ਜਿਹੜੇ ਨੇ ਉਹ ਇੱਥੇ ਮਿਲਦੇ ਨੇ। ਅਤੇ 90% ਆਫ ਪਾਪੂਲੇਸ਼ਨ ਜਿਹੜੀ ਆਸਟ੍ਰੇਲੀਆ ਦੀ ਉਹ ਇਹਦੇ ਕੋਸਟ ਲਾਈਨ ਦੇ ਉੱਪਰ ਹੀ ਰਹਿੰਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਲੀਡਿੰਗ ਪ੍ਰੋਡਿਊਸਰ ਜਿਹੜਾ ਬੌਕਸਾਈਡ ਦਾ ਹੈ, ਠੀਕ ਹੈ। ਤਾਂ ਇਹ ਜਿਹੜੇ ਇੰਪੋਰਟੈਂਟ ਫੈਕਟਸ ਨੇ ਉਹ ਆਸਟ੍ਰੇਲੀਆ ਕੰਟੀਨੈਂਟ ਦੇ ਬਾਰੇ ਨੇ, ਠੀਕ ਹੈ। ਅਤੇ ਇੱਕ ਜਿਹੜਾ ਕੌਨਸੈਪਟ ਹੈ ਉਹ ਹੈਗਾ ਓਸ਼ੇਨੀਆ, ਠੀਕ ਹੈ। ਓਸ਼ੇਨੀਆ ਦਾ ਕੌਨਸੈਪਟ ਕੀ ਹੈ ਕਿ ਜਿਸ ਦੇ ਵਿੱਚ ਨੀਅਰ ਬਾਏ ਆਈਲੈਂਡਸ ਨੇ, ਜਿਵੇਂ ਨਿਊਜ਼ੀਲੈਂਡ ਅਤੇ ਹੋਰ ਜਿਹੜੇ ਕੰਪਲੀਮੈਂਟਰੀ ਆਈਲੈਂਡ ਨੇ, ਉਹਨਾਂ ਜੇ ਆਪਾਂ ਇਕੱਠੇ ਗਈਏ ਤਾਂ ਇਸ ਨੂੰ ਜਿਵੇਂ ਠੀਕ ਹੈਗਾ ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਹੈ ਓਸ਼ੇਨੀਆ ਕਿਹਾ ਜਾਂਦਾ ਫਿਰ ਇਸ ਨੂੰ, ਠੀਕ ਹੈ। ਉਹ ਓਸ਼ੇਨੀਆ ਅਤੇ ਆਸਟ੍ਰੇਲੀਆ ਦਾ ਕੌਨਸੈਪਟ ਹੈ, ਠੀਕ ਹੈ। ਕਈ ਵਾਰ ਇਸ ਨੂੰ ਓਸ਼ੇਨੀਆ ਕੰਟੀਨੈਂਟ ਵੀ ਕਹਿੰਦੇ ਅਤੇ ਆਸਟ੍ਰੇਲੀਆ ਵੀ, ਠੀਕ ਹੈ, ਦੋਵੇਂ ਠੀਕ ਨੇ। ਤਾਂ ਉਸ ਤੋਂ ਬਾਅਦ ਅੱਗੇ ਆ ਗਏ ਸਭ ਤੋਂ ਲਾਸਟ ਕੰਟੀਨੈਂਟ ਜਿਹੜਾ ਫਰੋਜ਼ਨ ਕੰਟੀਨੈਂਟ ਹੈ, ਇਹ ਹੈਗਾ ਅੰਟਾਰਕਟਿਕਾ ਕੰਟੀਨੈਂਟ। ਅੰਟਾਰਕਟਿਕਾ ਕੰਟੀਨੈਂਟ ਦੇ ਬਾਰੇ ਕੋਈ ਜਿਹੜਾ ਆਪਾਂ ਨੂੰ ਜ਼ਿਆਦਾ ਇਨਫੋਰਮੇਸ਼ਨ ਤਾਂ ਨਹੀਂ ਮਿਲਦੀ, ਬਟ ਇਸ ਦੇ ਥੋੜ੍ਹੇ ਜਿਹੇ ਫੈਕਟ ਆਪਾਂ ਜ਼ਰੂਰ ਇਹਦੇ ਬਾਰੇ ਕਰ ਲਾਂਗੇ। ਤਾਂ ਇਹ ਡਰਾਈਐਸਟ ਪਲੇਸ ਆਫ ਦੀ ਵਰਲਡ, ਠੀਕ ਹੈ। ਵਿੰਡੀਐਸਟ ਪਲੇਸ, ਸਭ ਤੋਂ ਜ਼ਿਆਦਾ ਹਵਾ ਇੱਥੇ ਚੱਲਦੀ ਹੈ, ਠੀਕ ਹੈ। ਬਿਗੈਸਟ ਮਾਸ ਆਫ ਆਈਸ ਇਨ ਦੀ ਵਰਲਡ, ਸਭ ਤੋਂ ਵੱਡਾ ਜਿਹੜਾ ਆਈਸ ਦਾ ਟੁਕੜਾ ਉਹ ਇਹ ਹੈ, ਠੀਕ ਹੈ। ਅਤੇ ਦਕਸ਼ਿਣ ਗੰਗੋਤਰੀ, ਇੰਡੀਆ ਦੀ ਜਿਹੜੀ ਫਸਟ ਸਾਇੰਟੀਫਿਕ ਬੇਸ ਸਟੇਸ਼ਨ ਹੈ ਉਹ ਅੰਟਾਰਕਟਿਕਾ ਓਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਹੈਗਾ ਦਕਸ਼ਿਣ ਗੰਗੋਤਰੀ, ਠੀਕ ਹੈ। ਇਸ ਤੋਂ ਇਲਾਵਾ ਇੱਥੇ ਜਿਹੜੇ ਬੜੇ ਲਾਰਜ ਡੈਪੋਜ਼ਿਟਸ ਨੇ ਕੋਲ ਦੇ ਨੇ, ਆਇਰਨ ਔਰ ਅਬੰਡੈਂਸ ਹੈ, ਠੀਕ ਹੈ। ਹੋਰ ਵੀ ਰੇਅਰ ਮਿਲਦੇ ਨੇ, ਪਰ ਇੱਕ ਫਰੋਜ਼ਨ ਹੈ ਤਾਂ ਕਰਕੇ ਉਹਨਾਂ ਦੀ ਜਿਹੜੀ ਆਪਣਾ ਕਹਿ ਲਈਏ ਕਿ ਮਾਈਨਿੰਗ ਆ ਉਹ ਪੋਸੀਬਲ ਨਹੀਂ ਹੈਗੀ ਅਤੇ ਬਹੁਤ ਜ਼ਿਆਦਾ ਮਹਿੰਗੀ ਹੋ ਸਕਦੀ ਹੈ, ਠੀਕ ਹੈ। ਤਾਂ ਇਹ ਸੀ ਸੰਸਾਰ ਦੇ ਬਾਰੇ ਬਹੁਤ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਸੀ, ਇੰਪੋਰਟੈਂਟ ਫੈਕਟਸ ਸੀ ਸੰਸਾਰ ਦੇ ਬਾਰੇ। ਤਾਂ ਆਸ ਕਰਦੇ ਹਾਂ ਤੁਸੀਂ ਸਾਰੇ ਵੱਧ ਤੋਂ ਵੱਧ ਇਸ ਦੀ ਜਿਹੜੀ ਆ ਪ੍ਰੈਕਟਿਸ ਕਰਿਓ, ਠੀਕ ਹੈ। ਮੈਪ ਦੇ ਨਾਲ ਇਹਨਾਂ ਨੂੰ ਜਿਹੜਾ ਹੈਗਾ ਡਿਮਾਰਕੇਟ ਕਰਨ ਦੀ ਕੋਸ਼ਿਸ਼ ਕਰਿਓ, ਠੀਕ ਹੈ। ਤਾਂ ਅੱਜ ਦੇ ਲਈ ਇੰਨਾ ਹੀ, ਧੰਨਵਾਦ।